ਕੀਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਈ ਤਿਹਾ ਹਉ ਕਰੀ ਬਖਿਆਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਈ ਤਿਹਾ ਹਉ ਕਰੀ ਬਖਿਆਨ। ਜਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਆਪ ਸਾਰੇ ਹੀ ਧੰਨਤਾ ਦੇ ਯੋਗ ਹੋ। ਵੱਡੇ ਭਾਗ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਦੇ ਮਹਾਂਵਾਕ ਅਨੁਸਾਰ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਜੋ ਪਾਤਸ਼ਾਹ ਜੀ ਦੇ ਆਪਣੀ ਜ਼ਿੰਦਗੀ ਦੇ ਵਿੱਚ ਭਲੇ ਦੇ ਕਾਰਜ ਨੇ, ਉਹਨਾਂ ਕਾਰਜਾਂ ਦੀ ਵਿਚਾਰ ਆ ਉਹ ਰੋਜ਼ਾਨਾ ਸੁਣਦੇ ਆ ਰਹੇ ਹੋ। ਸੋ ਗੁਰੂ ਕਿਰਪਾ ਕਰੇ ਆਪਾਂ ਗੁਰਬਾਣੀ ਦੀ ਕਸਵੱਟੀ ਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ ਵਿਚਾਰ ਸਕੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਉਣੀ। ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਿਛਲੀ ਲੜੀ ਸੀ ਉਸ ਦੇ ਨਾਲ ਆਪਾਂ ਅੱਜ ਦੀ ਲੜੀ ਜੋੜਨ ਵਾਸਤੇ ਥੋੜ੍ਹਾ ਜਿਹਾ ਪਿਛਲਾ ਪੱਖ ਲੈਣਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਬੇਈ ਨਦੀ ਦੇ ਵਿੱਚੋਂ ਬਾਹਰ ਆ ਵੜੇ। ਜਦੋਂ ਦਾਨੇ ਪੁਰਖਾਂ ਦੀ ਅੱਖ ਨੇ ਗੁਰੂ ਪਾਤਸ਼ਾਹ ਨੂੰ ਵੇਖਿਆ ਤੇ ਆਪਣੇ ਵੱਲੋਂ ਬੋਲਣਾ ਸ਼ੁਰੂ ਕਰ ਦਿੱਤਾ, ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਪ੍ਰਗਟ ਹੋ ਗਏ। ਸਾਰੀ ਦੀ ਸਾਰੀ ਸੁਲਤਾਨਪੁਰ ਦੀ ਧਰਤੀ, ਹਰ ਪਰਿਵਾਰ ਦਾ ਹਰ ਇੱਕ ਜੀ ਬੇਈ ਨਦੀ ਵੱਲ ਚੱਲ ਪਏ। ਜਾ ਕੇ ਵੇਖਿਆ ਗੁਰੂ ਨਾਨਕ ਸਾਹਿਬ ਸੱਚਮੁੱਚ ਸਭ ਦੇ ਨਜ਼ਰੀ ਆ ਰਿਹਾ। ਸਭ ਨੇ ਗੁਰੂ ਦੇ ਦਰਸ਼ਨ ਦੀਦਾਰ ਕੀਤੇ। ਬਖਸ਼ਿਸ਼ ਕੀ ਹੋਈ ਆ, 9 ਨਿਧ ਨਾਮ ਗਰੀਬੀ ਪਾਈ। ਭਾਈ ਗੁਰਦਾਸ ਜੀ ਨੇ ਕਿਹਾ ਕਿ ਗੁਰੂ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਬਾਰ 'ਚੋਂ ਅੱਲਾ ਖੁਦਾ ਭਗਵਾਨ ਦੀ ਬਖਸ਼ਿਸ਼ ਕਿਰਪਾ ਇਹ ਦਾਤਾਂ ਪ੍ਰਾਪਤ ਕੀਤੀਆਂ। ਸਾਰੇ ਖਜ਼ਾਨੇ, ਜਦੋਂ ਮਨੁੱਖ ਨੂੰ ਕੁਦਰਤੀ ਸੁਭਾਅ ਸਾਰੇ ਖਜ਼ਾਨੇ ਮਿਲ ਜਾਣ ਤਾਂ ਫਿਰ ਕੀ ਹੁੰਦਾ, ਬੰਦੇ ਦੇ ਦਿਮਾਗ ਵਿੱਚ, ਬੰਦੇ ਦੇ ਅੰਦਰ ਹੰਕਾਰ ਆਉਣਾ ਸੁਭਾਵਿਕ ਆ।
ਚਾਹੇ ਕੋਈ ਵੀ ਆ, ਹਰ ਕੋਈ ਹੰਕਾਰੀ ਹੋ ਜਾਂਦਾ। ਤੇ ਨਾਲ ਫਿਰ ਬਖਸ਼ਿਸ਼ ਕੀ ਹੈ ਜਿਹੜੀ ਸਾਨੂੰ ਵੀ ਅੱਜ ਮਿਲਦੀ ਹੈ ਗੁਰੂ ਦਰ ਤੋਂ, ਉਹ ਹੈ 9 ਨਿੱਧ 9 ਖਜ਼ਾਨੇ, ਮਤਲਬ ਸਾਰੇ ਖਜ਼ਾਨੇ। ਅੱਗੇ ਬਖਸ਼ਿਸ਼ ਕੀ ਆ? ਨਾਮ, ਗਰੀਬੀ ਪਾਈ। ਉਸ ਪਰਮਾਤਮਾ ਦੇ ਦਰਬਾਰ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਗਰੀਬੀ ਦੀ ਦਾਤ ਵੀ ਪ੍ਰਾਪਤ ਕੀਤੀ। ਪਰਮਾਤਮਾ ਦੇ ਦਰ ਤੋਂ ਨਿਮਰਤਾ ਦੀ ਦਾਤ ਵੀ ਪ੍ਰਾਪਤ ਕੀਤੀ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਜਿੱਥੇ ਦੁਨੀਆ ਨੂੰ ਸੁਖਾਲੇ ਕਰਨ ਤੇ ਜ਼ੋਰ ਲਾਇਆ ਗਾ, ਉਹਨਾਂ ਨੂੰ ਸੋਹਣੇ ਢੰਗ ਦੇ ਨਾਲ ਸਮਝਾਇਆ ਤੇ ਨਾਲ ਉੱਥੇ ਗਰੀਬੀ ਦੀ ਦਾਤ ਵੀ ਵੰਡਿਆ ਕਰਦੇ ਸਨ ਤੇ ਨਾਲ ਨਾਮ ਗਿਆਨ ਦੀ ਦਾਤ ਵੀ ਵੰਡਦੇ ਨੇ। ਸੋ ਇਸ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਦਾਤ ਪ੍ਰਾਪਤ ਕਰਕੇ ਅੱਜ ਸੁਲਤਾਨਪੁਰ ਦੇ ਨਗਰ ਵੱਲ ਚੱਲ ਪਏ। ਇੱਥੋਂ ਆਪਣੀ ਹੁਣ ਅੱਜ ਦੀ ਵਿਚਾਰ ਉਹ ਆਰੰਭ ਆ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਵੇਈ ਨਦੀ ਦੇ ਵਿੱਚੋਂ ਬਾਹਰ ਆ ਕੇ ਸੁਲਤਾਨਪੁਰ ਨੂੰ ਚਾਲੇ ਪਾ ਦਿੱਤੇ ਸੰਗਤਾਂ ਦੇ ਸਮੇਤ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ, ਬੇਬੇ ਨਾਨਕੀ ਤੇਰਾ ਸਿਦਕ ਜਿੱਤ ਗਿਆ, ਤੇਰਾ ਭਰੋਸਾ ਜਿੱਤ ਗਿਆ। ਸਾਨੂੰ ਸਿਦਕ, ਭਰੋਸਾ, ਯਕੀਨ ਨਹੀਂ ਸੀ। ਅਸੀਂ ਸੋਚਦੇ ਸੀ ਨਾਨਕ ਡੁੱਬ ਗਿਆ, ਪਰ ਤੇਰਾ ਲਾਡਲਾ ਵੀਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਪਾ ਕੇ ਦੁਬਾਰਾ ਪਰਤ ਆਇਆ ਗਾ। ਹੁਣ ਜਦੋਂ ਵੇਈ ਨਦੀ ਤੋਂ ਸੁਲਤਾਨਪੁਰ ਨੂੰ ਚੱਲ ਪਏ ਤੇ ਆਪਣਾ ਸਾਰਿਆਂ ਦਾ ਧਿਆਨ ਇੱਥੇ ਹੋਵੇਗਾ ਗੁਰੂ ਨਾਨਕ ਸਾਹਿਬ ਜੀ ਘਰ ਪਹੁੰਚੇ ਨੇ, ਪਰ ਨਹੀਂ। ਗੁਰੂ ਨਾਨਕ ਸਾਹਿਬ ਜੀ ਮਰਦਾਨਾ ਜੀ ਦੇ ਸਮੇਤ ਕਿੱਥੇ ਪਹੁੰਚਦੇ ਨੇ? ਸ਼ਮਸ਼ਾਨ ਭੂਮੀ ਵਿੱਚ ਪਹੁੰਚ ਗਏ। ਲੋਕ ਹੈਰਾਨ, ਉੱਥੋਂ ਦੇ ਲੋਕ ਹੈਰਾਨ ਆ ਨਾ। ਕਿਉਂ? ਕਿਉਂਕਿ ਪਹਿਲਾਂ ਲੋਕਾਂ ਨੂੰ ਇਉਂ ਸੀ ਵੀ ਨਦੀ 'ਚ ਡੁੱਬ ਗਏ, ਖਤਮ ਹੋ ਗਏ, ਨਦੀ 'ਚੋਂ ਆ ਹੀ ਗਏ ਤਾਂ ਫਿਰ ਉਸ ਤੋਂ ਬਾਅਦ ਸ਼ਮਸ਼ਾਨ ਭੂਮੀ ਚਲੇ ਗਏ। ਫਰਕ ਤਾਂ ਕੋਈ ਨਹੀਂ ਨਾ ਹੈ। ਲੋਕਾਂ ਦੀ ਅੱਖ ਗੁਰੂ ਪਾਤਸ਼ਾਹ ਦੇ ਇਸ ਨਕਸ਼ੇ ਨੂੰ ਵੇਖ ਕੇ ਕੁਝ ਹੋਰ ਸੋਚ ਰਹੀ ਆ। ਭੈਣ ਦੀ ਅੱਖ ਇਸ ਤਸਵੀਰ ਨੂੰ ਵੇਖ ਕੇ ਕੁਝ ਹੋਰ ਸੋਚ ਰਹੀ ਆ। ਕਿਉਂਕਿ ਆਪਾਂ ਨੂੰ ਪਤਾ ਨਾ, ਰੱਬ ਦੇ ਪਿਆਰਿਆਂ ਦਾ ਧਿਆਨ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੇ ਟਿਕੇ ਹੋਣ ਕਰਕੇ ਉਹ ਪਰਖੂ ਹੋ ਜਾਂਦਾ। ਜੋ ਵੇਖਿਆ ਗਾ ਉਹਦੇ ਤੇ ਥੋੜ੍ਹੀ ਬਹੁਤੀ ਸਰਚ ਹੁੰਦੀ ਹੈ ਵੀ ਇਹ ਜੋ ਕੁਝ ਹੋ ਰਿਹਾ ਕਿਉਂ ਹੋ ਰਿਹਾ, ਇਹਦਾ ਕਾਰਨ ਕੀ ਆ, ਇਹਦਾ ਮਤਲਬ ਕੀ ਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਸ਼ਮਸ਼ਾਨ ਭੂਮੀ ਚਲੇ ਗਏ, ਲੋਕ ਵੀ ਮੰਗਰੀ ਚਲੇ ਗਏ, ਪਰਿਵਾਰ ਦੇ ਮੈਂਬਰ ਵੀ ਗਏ ਨੇ ਵੀ ਆਹ ਕੀ ਗੱਲ ਬਣ ਗਈ, ਸ਼ਮਸ਼ਾਨ ਭੂਮੀ ਕਿਉਂ ਚਲੇ ਗਏ। ਕਿਉਂਕਿ ਆਪਾਂ ਨੂੰ ਇੱਥੇ ਪਤਾ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾ ਪ੍ਰਚਾਰ ਦਾ ਹੋਕਾ, ਸੱਚ ਦਾ ਹੋਕਾ ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਦਿੱਤਾ। ਧਰਮ ਦੀ ਗੱਲ ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਕੀਤੀ ਆ। ਧਰਮ ਅਪਣਾਉਣ ਦੀ ਗੱਲ ਸ਼ਮਸ਼ਾਨ ਭੂਮੀ ਵਿੱਚ ਬੈਠ ਕੇ ਕੀਤੀ ਆ। ਕਿਉਂ? ਇਸ ਕਰਕੇ ਕਿਉਂਕਿ ਜਦੋਂ ਦੁਨੀਆ ਦੇ ਲੋਕਾਂ ਦਾ ਰਿਵਾਜ ਆ ਨਾ, ਜਿਹੜਾ ਸੁਭਾਗ ਆ, ਜਦੋਂ ਬੰਦਾ ਧਰਮ ਧਾਰਨ ਕਰਦਾ ਗਾ ਉਹ ਕਿਸੇ ਲਾਲਚ ਵਿੱਚ ਆ ਕੇ ਕਰਦਾ। ਹੁਣ ਸਾਨੂੰ ਨਾ ਦੁਨੀਆ ਦੇ ਲੋਕ ਬੜੇ ਟੱਕਰਦੇ ਨੇ। ਕੋਈ ਕਹਿੰਦਾ ਨਿਰੰਕਾਰੀ ਆ, ਕੋਈ ਕਹਿੰਦਾ ਭਨਿਆਰੇ ਵਾਲਾ, ਕੋਈ ਕਹਿੰਦਾ ਲਾਲਾਂ ਵਾਲਾ, ਕੋਈ ਕਾਸੇ ਵਾਲਾ, ਕੋਈ ਕਾਸੇ ਵਾਲਾ। ਆਪਾਂ ਨੂੰ ਸਭ ਟੱਕਰਦੇ ਆ ਨਾ। ਰਿਸ਼ਤੇਦਾਰੀਆਂ, ਨਾਤੇ, ਦੋਸਤ, ਮਿੱਤਰ ਸਾਡੇ ਬੜੇ ਨੇ ਤੇ ਅਸੀਂ ਕਹਿੰਦੇ ਆ ਜੀ ਇਹ ਧਰਮੀ ਆ। ਹਾਲਾਂਕਿ ਉਹ ਕੋਈ ਅਸਲੀ ਧਰਮ ਨਹੀਂ ਹੈ।
वाहिगुरू भला करे। बेशक सानू ये शब्द बुरे लगन, पर वो कोई असली धर्म नहीं। पर असीं मान लिया जी ये धर्मी आ। नंबर 2, ये धर्म अपनाया क्यों? हुण सवाल आ ना, ये धर्म अपनाया क्यों? लालच करके। जिन्हों मर्जी वेख लो, भावें कोई सौखा भावें कोई दुखी आ, भावें गरीब भावें अमीर, जिहड़ा कोई व्यक्ति बिरलिਆਂ ਨੂੰ ਛੱਡ के किसी धर्म ਵਿੱਚ दाखल ਹੁੰਦਾ, ਉਹਦੇ धर्म ਵਿੱਚ दाखल होण ਦੇ दो पक्ष ने, एक लालच एक मौत ਤੋਂ डर। भी गुरु ਨਾਲ जुड़ के ਆਹ ਦੇਹਧਾਰੀਆਂ ਨਾਲ जुड़ के न तो ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣਗੀਆਂ ਤੇ ਨਲੇ ਸਾਨੂੰ ਮੌਤ ਤੋਂ ਜਿਹੜਾ ਡਰ ਹੈਗਾ ਉਹ ਦੂਰ ਹੋ ਜਾਵੇਗਾ। ਖਬਣੀ ਸਾਨੂੰ ਧਰਮੀ ਬਣ ਕੇ ਨਾ ਮੌਤ ਨਾ ਆਵੇ। ਸਾਡੇ ਧਿਆਨ ਦੇ ਵਿੱਚ ਆਹ ਗੱਲ ਆ। मेरे कहण तो मुराद भी जदों मनुख धर्म धारण करदा ते धर्म धारण करन दे पिछे एक मकसद आ लालच जां मौत दा डर दूर होना। पर सच जानियो, गुरु नानक साहब ने धर्म धारण कीता जां करवाउण दी गल कीती मौत नाल समझौता करके। इवें है ना, आपां दशमेश पिता का इतिहास सुनते हैं भी धन गुरु गोबिंद सिंह महाराज जी ने ना एक विसाख 1699 नूं विसाखी वाले दिन केसगढ़ साहब वाली धरती ते आनंदपुर साहब विखे अपने हाथ विच किरपान चुक के आवाज़ मारी सी, किहड़ी? एक सीस चाहीदा। वो सीस देण तो बाद होना की है? तुहानूं धर्मी बनाउणा। सोचो, पहले जामे दे विच गुरु नानक साहब शमशान भूमि विच बैठ के सच दा होका मारदे, धर्मी बनाउण दी जांच सिखाउण दा पहला सबक पहला पाठ सिवियां च कब्रस्तान च। ते 10वें जामे दे विच हत्थ विच श्री साहब पकड़िया, आवाज़ मारी है एक सीस चाहीदा। इथों सिद्ध की हुंदा? गुरु कहंदा जो तो प्रेम खेलण का चाओ, सिर धर तली गली मेरी आओ। हुण अर्थ की बन गया? गुरु कहंदा जदों तुसीं धर्मी बन गए मौत दा डर दूर हो जाना चाहिदा। जदों धर्मी बन गए लोभ लालच खत्म हो जाना चाहिदा। ये साडे दिमाग विच नहीं रहना चाहिदा। अज दे अंकड़े वो आपां कढ के वेख सकदे आ। अज दे अंकड़े आपां वो कढ के वेख सकते हैं। मतलब भी अज दे अंकड़े की ने? साडा धर्म अपनाउण दा कारण की हुंदा? दुखां तो मुक्ति, लालच, मौत दा डर, ताइयों असीं धर्मी बन जाने आ। हुण औरंगजेब ने काम कीता ना, जां धर्म कबूल करो जां मौत दे घाट उतारिया जावेगा। बहुत गिणती उन्हां लोकां दी जिहड़े मौत तो डरदे धर्म तब्दील कर गए। हुण इत्थे गुरु साहब जी ने चलो जो अपना इतिहास आ सच दा होका धर्मशाला दे विच सिवियां दे विच शमशान भूमि दे विच मारन दे लई पहुंच गए। हुण सतगुरु पातशाह जी जो उत्थे पहुंचे आ ना, कहंदे उस वक्त जो विचों थोड़ी जी घटना गई, उस वक्त धन गुरु नानक दे महाराज जी दे माता पिता ने, सौहरा पिता, सस माता अते होर रिश्तेदार पहुंचे हुए ने। क्यों? क्योंकि गुरु नानक साहब दे डुब्बण दा जिहड़ा उस टाइम दा कौतक आ ना, ते वो सारिਆਂ ਨੂੰ खिच के ले आया। रिश्तेदार भैन भाई दोस्त मित्र सारे ही आए हुए ने। हुण अज गए थोड़ी ने, इत्थे ही ने। ते उस टाइम ते होया की आ, धन गुरु नानक दे महाराज जी दे कोल एक काजी बुला के लिआंदा गया। ते वो काजी ना गुरु नानक साहब दे कोल बैठ के पुछदा, दस तेरे विच कौन है, तेरे विच कौन बोलदा, तू इदां बौरा हो गया, तू झल्ला हो गया। सिवियां दे विच शमशान भूमि कब्रस्तान दे विच लोक मर के आउंदे ने, जिउंदे नहीं आउंदे। तू जिउंदा इत्थे आ वड़िया, तेरे आउण दा कारण की है? तेरे अंदर कौन आ, तू कौन आ, बोल। काजी पुछदा गा।
क्योंकि उस टाइम ते चीज़ों का बोलबाला है ना, अज भी है। अज भावें असीं 21वीं सदी विच प्रवेश कर गए, अज भी साडे समाज विच अजिहियां घटनावां आम ही वापरदियां ने। ते धन गुरु नानक देव महाराज जी चुप ने, बिल्कुल शांत ने, नाल बाबा मरदाना जी आ, लोक भी ने। काजी बोलदा 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 कलप उठिया, आखिरकार बोलिया, कहंदा ऐ खुदा दे बंदे खुदा वास्ते बोल, तेरे विच कौन आ, तू किवें नहीं बोलदा, कारण की आ ना बोलण दा, तू खुदा दा बंदा, खुदा करके ही बोल पाना। ते गुरु नानक साहब बोल पे। हुण गुरु नानक साहब बोल भी पे ते हस भी पे, बोले भी आ ते हसे भी आ। बोले क्यों ते हसे क्यों? हसे इस करके तू हुण तक मैनू खुदा दी गल ही नहीं पुछी, तू मैनू आम ही गल्लां पुछी गया। तू बोल, तेरे च कौन बोलदा, किहड़ी तेरे च बगानी छै बोलदी आ, किहड़ा तेरे च भूत आ, किहड़ा प्रेत आ तेरे च, तू रब दी गल ही नहीं कीती। ऐ काजी मैं हसदा तां तू रब दी गल नहीं कीती, हुण तू रब दी गल कीती ना, खुदा दे बंदे खुदा करके बोल। ते कहंदा दूजी गल बोलिया मैं इस करके, कहंदा खुदा दे प्रचार नूं खुद मैं प्रचार करन दे लई आयागा। खुदा दी गल तां मैं लोकां नूं सुणाउण आया, खुदा दी गल लोक सुणन नूं तैयार ही नहीं हन। सच है ना, अज किहड़ा खुदा दी गल, रब दी गल सुणन नूं कोई तैयार है ना। खुदा दी गल सुणाउण दे लई आया, खुदा दी गल सुनण दे लई कोई तैयार नहीं। पर तूं कहा खुदा दी गल सुणा ते खुदा दी गल खुदा वास्ते बोल। ते कहंदा हुण मैं बोलांगा। किवें आया, इत्थे आउण दा कारण की है? अज गुरु नानक साहब ने सच दा होका मारन दा पहला पड़ाव शमशान भूमि विच शुरू कर लिया। हुण इत्थे गुरु साहब जी ने आवाज़ दित्ती आ, ना कोई हिंदू ना मुसलमान, अब्बल अल्लाह नूर उपाया, कुदरत के सब बंदे, एक नूर ते सब जग उपजया, कौन भले को वंदे, गुरा एक दे बुझाई, ओ रब जी अकाल पुरख वाहिगुरू, दे तो रहत हो के सारी मनुखता दे विच वस रहा गा। सच दी गल कीती। ते इत्थे कहंदे एक घटना होर वापरदी आ, काजी अते नवाब दौलत खां वो भी विचे ने। रौला पै गया किस गल दा, भी ये सब नूं एक जाणदा, ये किसे विच फर्क नहीं जानदा, ये है खत्रियां दा लड़का, आम व्यक्ति आ, ते पर गल्लां ये बड़े वड्डियां ज्ञान दियां करन लग गया। इहदे मुखों ये गल्लां सौंदियां नहीं हन। मतलब उन्हां दे अंदर कह लो किहो जिहा भी ख्याल बनिया, उन्हां ने उस टाइम ते जिहड़ी घटना वापरदी है ना, उस टाइम ते जिहड़ा कौतक बनिया एक वो ये आ भी उन्हां ने नवाज पढ़न दे लई गुरु साहब नूं कहा भी साडे नाल चल के नवाज आ जिहड़ी वो पढ़, जे तूं सब नूं एक जाणदा गा। कहंदे उस टाइम ते गुरु साहब जी नवाज पढ़न दे लई तैयार हो गए। ते हुण पिंड दे विच सुल्तानपुर दे विच फिर चर्चा चल पई, कहंदे मਹਿਤਾ कालू दा पुੱਤ मुसलमान होण जा वड़िया। रौला पै गया, पागल हो गया, कहंदे बौरा हो गया। कहंदे मुसलमान बनन दे लई कहंदे काजी नाल दौलत खाना जा रहा गा। मसीत विच चले गए ते चेता रखियो गुरु नानक साहब जी समेत नवाज पढ़न वाले उत्थे बड़े ने, थोड़े नहीं बहुत ने। काजी ने नवाज पढ़नी शुरू की। गुरु नानक साहब नूं कहंदे तू भी पढ़। काजी नवाज पढ़ रहा गा, नाल होर भी पढ़ रहे ने। गुरु नानक साहब हस रहा गा। काजी नवाज पढ़ रहा ते नानक हस रहा गा, मुस्कुरा रहा गा। नवाज पढ़ के हटिया ते उस टाइम ते आपां नूं पता की होयागा, जदों
ਨਵਾਜ਼ ਪੜ੍ਹਨੋਂ ਹਟੇ ਤਾਂ ਇੱਕ ਗੁਰੂ ਨਾਨਕ ਸਾਹਿਬ ਨੂੰ ਲਾਂਭਾ ਦਿੱਤਾ ਵੀ ਤੂੰ ਕਹਿੰਦਾ ਮੈਂ ਨਵਾਜ਼ ਪੜ੍ਹਾਂਗਾ, ਸਾਡੇ ਨਾਲ ਤੂੰ ਨਵਾਜ਼ ਪੜ੍ਹਨ ਦੇ ਲਈ ਆਇਆ, ਫਿਰ ਤੂੰ ਨਵਾਜ਼ ਕਿਉਂ ਨਹੀਂ ਪੜ੍ਹੇਗੀ? ਤੇਰੇ ਨਾ ਨਵਾਜ਼ ਪੜ੍ਹਨ ਦਾ ਕਾਰਨ ਕੀ ਹੈ? ਨਾ ਨਵਾਜ਼ ਅਦਾ ਕਰਨ ਦਾ ਕਾਰਨ ਕੀ ਆ? ਤੂੰ ਨਾ ਪੜ੍ਹਨ ਦੀ ਬਜਾਏ ਸਗੋਂ ਉਲਟਾ ਹੱਸ ਰਿਹਾ ਸੀ, ਸਾਡੇ ਤੇ ਮਜ਼ਾਕ ਕਰ ਰਿਹਾ ਸੀ। ਇਹ ਕਿਉਂ? ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਤੁਹਾਡੇ ਨਾਲ ਗੱਲ ਇਹ ਹੋਈ ਆ ਵੀ ਮੈਂ ਤੁਹਾਡੇ ਨਾਲ ਨਵਾਜ਼ ਪੜ੍ਹਾਂਗਾ। ਉਹ ਕਹਿੰਦੇ ਹਾਂ, ਫਿਰ ਤੂੰ ਨਵਾਜ਼ ਪੜ੍ਹੀ ਕਿਉਂ ਨਹੀਂ? ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਨਵਾਜ਼ ਇਸ ਕਰਕੇ ਨਹੀਂ ਪੜ੍ਹੀ ਕਿਉਂਕਿ ਤੁਸੀਂ ਨਹੀਂ ਪੜ੍ਹੀ। ਸਾਰੇ ਹੈਰਾਨ, ਦੇਖਣ ਵਾਲੇ ਵੀ ਕਹਿੰਦੇ ਲੈ ਅਸੀਂ ਹੁਣੀ ਵੇਖਿਆ ਇਹ ਨਵਾਜ਼ ਖੁਦ ਪੜ੍ਹ ਰਿਹਾ ਸੀ, ਨਾਲ ਦੇ ਹੋਰ ਵੀ ਨਵਾਜ਼ ਪੜ੍ਹ ਰਹੇ ਸੀ, ਤੇ ਨਾਨਕ ਕਹਿ ਰਿਹਾ ਹੈਗਾ ਝੂਠ ਮਾਰ ਰਿਹਾ, ਗੱਪ ਮਾਰ ਰਿਹਾ, ਤੂੰ ਨਵਾਜ਼ ਨਹੀਂ ਪੜ੍ਹੀ। ਨਾਨਕ ਕਹਿੰਦਾ ਤੁਸੀਂ ਨਵਾਜ਼ ਨਹੀਂ ਪੜ੍ਹੀਗੀ, ਤੂੰ ਕੱਲੇ ਹੀ ਗੱਪ ਮਾਰਦਾ, ਕੱਲੇ ਤੂੰ ਗਲਤ ਕਹਿ ਰਿਹਾਗਾ। ਤੈਨੂੰ ਕੀ ਪਤਾਗਾ ਵੀ ਨਵਾਬ ਨੇ ਨਵਾਜ਼ ਨਹੀਂ ਪੜ੍ਹੀਗੀ? ਗੁਰੂ ਨਾਨਕ ਸਾਹਿਬ ਸੱਚ ਬੋਲ ਪਏ, ਕਹਿੰਦੇ ਸੱਚ ਇਹ ਆ ਨਵਾਜ਼ ਤੇਰੀ ਜ਼ੁਬਾਨ ਪੜ੍ਹਦੀ ਸੀ, ਤੇਰਾ ਸਰੀਰ ਪੜ੍ਹਦਾ ਸੀ, ਸੁਰਤ ਤੇਰੀ ਘੋੜੇ ਖਰੀਦਦੀ ਫਿਰਦੀ ਸੀ। ਐਵੇਂ ਆ ਗੁਰੂ ਨਾਨਕ ਸਾਹਿਬ ਨੇ ਸੱਚੀ ਪੁੱਛ ਕੱਢਤੀ ਹੈ ਨਾ। ਕਿੰਨਾ ਸਿਆਣਾ ਬਾਬਾ ਨਾਨਕ ਜਿਹੜਾ ਸੱਚ ਬੋਲ ਪਿਆ। ਨਵਾਜ਼ ਤੂੰ ਨਹੀਂ ਪੜ੍ਹੀ, ਨਵਾਜ਼ ਤੇਰਾ ਸਰੀਰ ਪੜ੍ਹਦਾ ਸੀ, ਪਰ ਤੇਰੀ ਸੁਰਤ ਘੋੜੇ ਖਰੀਦੀ ਫਿਰਦੀ ਸੀ। ਨਵਾਬ ਚੁੱਪ ਕਰ ਗਿਆ, ਸੱਚੀ ਗੱਲ ਕਹਿਤੀ, ਚੁੱਪ, ਬਿਲਕੁਲ ਸ਼ਾਂਤ ਹੋ ਗਿਆ। ਕਾਜੀ ਬੋਲ ਪਿਆ, ਕਹਿੰਦਾ ਚੰਗਾ ਫਿਰ ਇਹਦੀ ਸੁਰਤ ਘੋੜੇ ਖਰੀਦਦੀ ਸੀ, ਆ ਮੇਰੇ ਨਾਲ ਪੜ੍ਹ, ਮੈਂ ਪੜ੍ਹ ਦਾਂਗਾ। ਕੁਦਰਤੀ ਤੌਰ ਤੇ ਨਾਨਕ ਨੇ ਹਾਂ ਕਰ ਦਿੱਤੀ। ਨਾਨਕ ਕਹਿੰਦਾ ਚੱਲ ਤੂੰ ਪੜ੍ਹ, ਫਿਰ ਤੇਰੇ ਨਾਲ ਨਵਾਜ਼ ਮੈਂ ਪੜ੍ਹ ਲੈਣਾਗਾ। ਹੁਣ ਜਦੋਂ ਕਾਜੀ ਨੇ ਨਵਾਜ਼ ਆਰੰਭ ਕਰ ਦਿੱਤੀ ਤਾਂ ਉਸ ਟਾਈਮ ਤੇ ਨਾਨਕ ਫਿਰ ਹੱਸ ਰਿਹਾ ਹੈਗਾ। ਸਭ ਦੇ ਨੇਤਰ ਬੰਦ, ਅੱਖਾਂ ਬੰਦ। ਕਾਜੀ ਕਦੇ ਅੱਖਾਂ ਖੋਲ ਲੈਂਦਾ ਤੇ ਕਦੇ ਅੱਖਾਂ ਬੰਦ ਕਰ ਲੈਂਦਾ, ਦੇਖਦਾ ਨਾਨਕ ਵੱਲ ਟੇਢੀ ਅੱਖ ਨਾਲ ਵੀ ਪੜ੍ਹਦਾ ਕਿ ਨਹੀਂ ਪੜ੍ਹਦਾ, ਸੁਣਦਾ ਨਾਨਕ ਨੂੰ ਆਵਾਜ਼ ਆਉਂਦੀ ਆ ਜਾਂ ਨਹੀਂ ਆਉਂਦੀ। ਪਰ ਕਾਜੀ ਨਵਾਜ਼ ਪੜ੍ਹ ਰਿਹਾ, ਨਾਨਕ ਨੇ ਨਵਾਜ਼ ਫਿਰ ਨਹੀਂ ਪੜ੍ਹੀਗੀ। ਹੋਇਆ ਕੀ ਆ, ਕਾਜੀ ਕਹਿੰਦਾ ਤੂੰ ਨਵਾਜ਼ ਹੁਣ ਵੀ ਨਹੀਂ ਪੜ੍ਹੀਗੀ। ਨਵਾਬ ਕਹਿੰਦਾ ਤੂੰ ਨਵਾਜ਼ ਫਿਰ ਵੀ ਨਹੀਂ ਪੜ੍ਹੀ, ਮੇਰੇ ਨਾਲ ਵੀ ਨਹੀਂ ਪੜ੍ਹੀ ਤੇ ਕਾਜੀ ਨਾਲ ਵੀ ਨਹੀਂ ਪੜ੍ਹੀਗੀ। ਨਵਾਬ ਕਾਜੀ ਕਹਿ ਰਹੇ ਨੇ ਨਵਾਜ਼ ਕਿਉਂ ਨਹੀਂ ਪੜ੍ਹੀ, ਕਿਉਂ ਨਹੀਂ ਅਦਾ ਕੀਤੀ ਗਈ। ਤਾਂ ਉਸ ਟਾਈਮ ਤੇ ਨਾਨਕ ਫਿਰ ਬੋਲ ਪਿਆ, ਕਹਿੰਦਾ ਕਾਜੀ ਸਾਹਿਬ ਜੋ ਕੰਮ ਸੁਰਤ ਨੇ ਕਰਨਾ ਉਹ ਤੁਸੀਂ ਸਰੀਰ ਤੋਂ ਕਰਵਾ ਰਹੇ ਹੋ, ਜਿਹੜਾ ਕੰਮ ਸਰੀਰ ਨੇ ਕਰਨਾਗਾ ਉਹ ਕੰਮ ਤੁਸੀਂ ਸੁਰਤ ਤੋਂ ਕਰਵਾ ਰਹੇ ਹੋ, ਤਾਂ ਕਰਕੇ ਮੈਂ ਨਵਾਜ਼ ਨਹੀਂ ਪੜ੍ਹੀਗੀ। ਤੁਹਾਡੀ ਸੁਰਤ ਤਾਂ ਗੈਰ ਹਾਜ਼ਰ ਸੀ ਨਾ। ਜੇ ਤੁਹਾਡੀ ਸੁਰਤ ਹਾਜ਼ਰ ਹੁੰਦੀ, ਤੁਹਾਡੀ ਸੁਰਤ ਨਵਾਜ਼ ਪੜ੍ਹਦੀ, ਮੈਂ ਜ਼ਰੂਰ ਨਵਾਜ਼ ਪੜ੍ਹਦਾ, ਪਰ ਤੁਹਾਡੀ ਸੁਰਤ ਨੇ ਨਵਾਜ਼ ਨਹੀਂ ਪੜ੍ਹੀ। ਤੁਹਾਡੀ ਸੁਰਤ ਘਰੇ ਤੁਹਾਡੇ ਘੋੜੀ ਸੂਣ ਵਾਲੀ ਹੈ ਨਾ, ਉਹਨੂੰ ਸਵਾ ਰਹੀ ਸੀ ਤੇ ਨਾਲ ਨਾਲ ਧਿਆਨ 'ਚ ਆ ਰਿਹਾ ਸੀ ਕਦੇ ਘੋੜੀ ਸੂ ਪਈ, ਮਗਰ ਵੱਡੇ ਵੱਡੇ ਟੋਏ ਆ, ਕਿਤੇ ਉਹਨਾਂ ਟੋਇਆਂ 'ਚ ਡੁੱਕ ਨਾ ਵਸੇਰਾ ਮਰ ਨਾ ਜਾਵੇ, ਘੋੜੀ ਦਾ ਬੱਚਾ ਮਰ ਨਾ ਜਾਵੇ ਉਹਨਾਂ ਟੋਆਂ 'ਚ ਡਿੱਗੇ। ਤੇਰਾ ਸਰੀਰ ਇੱਥੇ ਖੜਾ ਸੀ, ਸੁਰਤ ਤੇਰੀ ਘੋੜੀ ਸਵਾਈ ਜਾਂਦੀ ਸੀ। ਜਿਹੜਾ ਕੰਮ ਸੁਰਤ ਨੇ ਕਰਨਾ ਉਹ ਤੇਰਾ ਸਰੀਰ ਕਰਦਾ ਸੀ, ਤੇ ਜਿਹੜਾ ਕੰਮ ਸਰੀਰ ਨੇ ਕਰਨਾ ਉਹ ਤੂੰ ਸੁਰਤ ਤੋਂ ਕਰਵਾਈ ਜਾਂਦਾ ਸੀ। ਤੁਸੀਂ ਗੈਰ ਹਾਜ਼ਰ ਸੀ ਤਾਂ ਨਹੀਂ ਮੈਂ ਪੜ੍ਹੀ। ਚਲੋ ਛੱਡੋ ਆਪਾਂ ਇਹ ਸਾਖੀ, ਹੁਣ ਆਪਾਂ ਇੱਥੇ ਪਹੁੰਚ ਗਏ ਨਾ। ਇਹ ਸਾਖੀ ਸੁਣੀ ਆ ਤੁਸੀਂ ਬਹੁਤ ਵਾਰੀ, ਪਰ ਇਹਦੇ ਚੋਂ ਸਾਨੂੰ ਕੀ ਮਿਲਿਆ? ਇਹ ਸੰਦੇਸ਼ ਸਾਨੂੰ ਆ ਵੀ ਗੁਰੂ ਨਾਨਕ ਸਾਹਿਬ ਅੱਜ ਵੀ ਬੋਲਦੇ ਨੇ ਵੀ ਜਿਹੜਾ ਕੰਮ ਤਾਂ ਸੁਰਤ ਕਰਦੀ ਆ ਨਾ ਉਹ ਤਾਂ ਸੁਰਤ ਤੋਂ ਕਰਵਾਓ, ਤੇ ਜਿਹੜਾ ਕੰਮ ਸਰੀਰ ਨੇ ਕਰਨਾ ਉਹ ਸਰੀਰ ਤੋਂ ਕਰਵਾਓ। ਘਰ ਦੇ ਕੰਮ ਸਰੀਰ ਨੇ ਕਰਨੇ ਆ, ਸੁਰਤ ਨੇ ਨਹੀਂ ਕਰਨੇ। ਘਰ ਦੇ ਕੰਮ ਸਰੀਰ ਨੂੰ ਕਰਵਾਓ, ਜਿਹੜੇ ਕੰਮ ਸੁਰਤ ਨੇ ਕਰਨੇ ਆ ਗੁਰਬਾਣੀ ਸੁਣ ਕੇ ਸਮਝ ਕੇ ਜੀਵਨ 'ਚ ਕਮਾਉਣੀ ਆ, ਇਹ ਸੁਰਤ ਦਾ ਕੰਮ ਆ। ਤੇ ਸੁਰਤ ਨੂੰ ਗੁਰੂ ਕੋਲੇ ਹਾਜ਼ਰ ਰੱਖੋ, ਸੁਰਤ ਨੂੰ ਕਦੇ ਗੈਰ ਹਾਜ਼ਰ ਨਾ ਕਰਿਓ। ਉੱਥੇ ਸਾਰਿਆਂ ਨੂੰ ਇਹ ਸੱਚ ਦਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਸੁਣਾਇਆ। ਸਭ
ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਗਏ। ਇਹ ਗੱਲ ਮੈਂ ਵਿੱਚੋਂ ਦੀ ਥੋੜ੍ਹੀ ਜਿਹੀ ਹੋਰ ਕਹਿਣ ਜਾਵਾਂਗਾ। ਅੱਜ ਸੁਲਤਾਨਪੁਰ ਦੀ ਧਰਤੀ ਤੇ ਬਾਬੇ ਨਾਨਕ ਦਾ 3 ਸਾਲ ਤੇ 2 ਮਹੀਨੇ ਰਹਿਣ ਵਾਲਾ ਥਾਂ ਮਾਰ ਸੇਵਾ ਦੀ ਭੇਟ ਚੜ੍ਹ ਗਿਆ। ਆਪਾਂ ਲਫ਼ਜ਼ ਕੀ ਵਰਤਦੇ ਹਾਂ? ਕਾਰ ਸੇਵਾ। ਮਾਰ ਸੇਵਾ ਦੀ ਭੇਟ ਚੜ੍ਹ ਗਿਆ। ਕਿੰਨੇ ਚੰਗੇ ਨੇ ਉਹ ਮੁਸਲਮਾਨ ਭਰਾ ਜਿਨ੍ਹਾਂ ਨੇ ਜਿੱਥੇ ਖੜ ਕੇ ਬਾਬੇ ਨਾਨਕ ਨੇ ਸੱਚ ਦਾ ਉਪਦੇਸ਼ ਦਿੱਤਾ, ਮਸੀਤ ਵਿੱਚ ਖੜ ਕੇ ਨਾ ਸੱਚ ਦਾ ਉਪਦੇਸ਼ ਬਾਬੇ ਨਾਨਕ ਨੇ ਦਿੱਤਾ, ਉਹ ਮਸੀਤ ਨੂੰ ਰੱਖੀ ਬੈਠੇ ਨੇ। ਕਹਿੰਦੇ ਜੇ ਸਾਡੀ ਮਸੀਤ ਕੰਨੀ ਕੋਈ ਝਾਕਿਆ ਨਾ ਤੇ ਗੁੱਟ ਵੱਢ ਦੇਵਾਂਗੇ, ਗਾਟੇ ਲਾ ਦੇਵਾਂਗੇ। ਅਸੀਂ ਨਹੀਂ ਇੱਧਰ ਵੜਨ ਦਿੰਦੇ ਕਿਸੇ ਨੂੰ, ਨਾ ਕਾਰ ਸੇਵਾ ਨਾ ਮਾਰ ਸੇਵਾ। ਸਾਡੇ ਨੇ ਇੱਧਰ ਆਇਓ ਕੋਈ। ਅਸੀਂ ਬਾਬੇ ਨਾਨਕ ਦੇ ਉਹ ਪਾਕ ਤੇ ਪਵਿੱਤਰ ਥਾਂ ਨੂੰ ਜਿੰਨਾ ਟਾਈਮ ਸਾਡੀ ਕੁੱਲ, ਸਾਡੀ ਅੰਸ਼, ਸਾਡੀ ਬੰਸ, ਸਾਡੇ ਪਰਿਵਾਰ ਜਿਉਂਦੇ ਆ ਨਾ, ਤੇ ਅਸੀਂ ਨਾਨਕ ਦੇ ਖੜਨ ਵਾਲੀ ਥਾਂ ਨੂੰ ਕਦੇ ਬਰਬਾਦ ਨਹੀਂ ਹੋਣ ਦੇਵਾਂਗੇ। ਕੋਲੇ ਨਾਲ ਹੀ ਮਸੀਤ ਆ, ਕੋਲੀ ਮਸੀਤ ਆ। ਜਿੱਥੇ ਬੇਬੇ ਨਾਨਕੀ ਦਾ ਘਰ ਆ ਨਾ, ਉਹ ਕੋਲੀ ਮਸੀਤ ਆ ਗਈ। ਤੇ ਉਹ ਮਸੀਤ ਅੱਜ ਹੈ ਤੇ ਬੇਬੇ ਨਾਨਕੀ ਦੇ ਘਰ ਦਾ ਨਕਸ਼ਾ ਨਵੇਂ ਡਿਜ਼ਾਈਨ ਚ ਪਾਤਾ। ਹੁਣ ਤੁਸੀਂ ਦੇਖੋ ਇਹ ਸਾਜ਼ਿਸ਼ ਕੀ ਆ। ਇੱਕ ਵਿੱਚੋਂ ਦੀ ਮੈਂ ਹੋਰ ਗੱਲ ਕਹਿਣ ਜਾਵਾਂਗਾ। ਜਿਹੜੇ ਗੁਰੂ ਘਰਾਂ 'ਚ ਸੋਨਾ ਚੜ੍ਹ ਰਿਹਾ ਨਾ, ਚੇਤਾ ਰੱਖਿਓ ਇਹ ਸਾਡੇ ਹੱਥ ਨਹੀਂ ਰਹਿਣੇ। ਅਗਲੇ ਪਹਿਲਾਂ ਹੀ ਸੋਨੇ 'ਚ ਮੜੀ ਜਾਂਦੇ ਆ ਵੀ ਲੁੱਟ ਤਾਂ ਅਸੀਂ ਹੀ ਲੈਣੇ ਆ। ਅਗਲਿਆਂ ਦੀ ਪਹਿਲਾਂ 100 ਸਾਲ ਅੱਗੇ ਨਿਗਾਹ ਫਿਰਦੀ ਆ, ਲੁੱਟ ਤਾਂ ਅਸੀਂ ਲੈਣੇ ਆ। ਇਹਨਾਂ ਦੇ ਨੌਜਵਾਨਾਂ ਨੂੰ ਤਾਂ ਆਪਾਂ ਖਤਮ ਕਰ ਦੇਵਾਂਗੇ। ਜਿਨ੍ਹਾਂ ਨੇ ਮੱਸੇ ਰੰਗੜ ਦੀ ਧੌਣ ਵੱਢੀ, ਉਹ ਸੁੱਖਾ ਸਿੰਘ ਤੇ ਮਹਿਤਾਬ ਸਿੰਘ, ਤਾਂ ਇਹਨਾਂ ਦੇ ਵਿੱਚੋਂ ਆਪਾਂ ਮਾਰ ਦੇਵਾਂਗੇ। ਉਹ ਥੋੜੀ ਇੱਥੇ ਹੋਣਗੇ। ਇਹ ਜਿੰਨਾ ਸੋਨਾ ਚੜ੍ਹ ਰਿਹਾ, ਜੋ ਕੁਝ ਹੋ ਰਿਹਾ ਗਾ, ਇਹ ਸਾਜ਼ਿਸ਼ ਦੇ ਤਹਿਤ ਇੱਕ ਦਿਨ ਸਾਥੋਂ ਸ਼ਾਇਦ ਖੋਹਿਆ ਜਾਵੇਗਾ। ਤੇ ਪਰ ਅੱਜ ਸਾਨੂੰ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਗੁਰਬਾਣੀ ਸਾਨੂੰ ਜਗਾਉਂਦੀ ਆ ਤੇ ਗੁਰਬਾਣੀ ਨਾਲ ਜੁੜ ਕੇ ਆਪਾਂ ਸੁਚੇਤ ਹੋਣਾ। ਆਪਣੇ ਵਿਰਸੇ ਨੂੰ, ਆਪਣੇ ਗੁਰੂ ਦੀ ਗੱਲ ਨੂੰ ਦਿਲ ਦੇ ਵਿੱਚ ਸੰਭਾਲੀਏ ਤੇ ਨਾਲ ਆਪਣੇ ਜੀਵਨ ਵਿੱਚ ਯੁਰਤ, ਜਿਹਨੂੰ ਆਪਾਂ ਅਣਖ ਕਹਿ ਦਿੰਦੇ ਆ, ਉਹ ਵੀ ਪੈਦਾ ਕਰੀਏ। ਅੱਜ ਸਾਡੀ ਅਣਖ ਆ ਨਾ ਜਿਹੜੀ, ਉਹ ਅਹੁਦਿਆਂ ਨੇ ਖਤਮ ਕਰਤੀ। ਜਿਹੜੀ ਸਾਡੀ ਅਣਖ ਆ ਨਾ, ਉਹ ਲਾਲਚ ਨੇ ਖਤਮ ਕਰਤੀ। ਜਿਹੜੀ ਸਾਡੀ ਅਣਖ ਆ ਨਾ, ਉਹ ਸਾਡੇ ਇਉਂ ਕਹਿ ਲਓ ਸਮਾਜ ਦੇ ਵਿੱਚ ਗਦਾਰ ਲੋਕਾਂ ਨੇ ਖਤਮ ਕਰ ਦਿੱਤੀ ਆ। ਇੱਕ ਨੂੰ ਦੇਖ ਦੇਖ ਕੇ ਦੂਜਾ ਵੀ ਇਉਂ ਕਹਿ ਲਓ ਵੀ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ, ਵੀ ਉਹ ਵੀ ਐਂ ਕਰੀ ਜਾਂਦਾ ਤੇ ਆਪਾਂ ਵੀ ਕਰ ਲਓ, ਆਪਾਂ ਨੂੰ ਕੀ ਫਰਕ ਪੈਂਦਾ। ਪਰ ਥੋੜ੍ਹਾ ਜਿਹਾ ਸੋਚਣ ਦੀ ਲੋੜ ਆ। ਸਟੈਂਡ ਆ ਨਾ ਜਿਹੜਾ, ਉਹ ਸਟੈਂਡ ਕੋਈ ਚੀਜ਼ ਹੁੰਦੀ ਹੈਗੀ। ਹੁਣ ਬਾਬੇ ਨਾਨਕ ਦਾ ਸਟੈਂਡ ਹੀ ਹੈ ਨਾ, ਇਕੱਲਾ ਹੀ ਸਮਸਾਨ ਭੂਮੀ 'ਚ ਖੜਾ ਗਾ, ਕਹਿੰਦਾ ਆਜੋ ਜੀ ਨੇ ਆਉਣਾ। ਸਾਰਾ ਪਿੰਡ ਕਹਿੰਦਾ ਵੀ ਬਾਬਾ ਨਾਨਕ ਕਮਲਾ ਹੋ ਗਿਆ। ਉਹ ਕਹਿੰਦਾ ਕਹੀ ਜਾਓ, ਮੈਨੂੰ ਕੀ ਫਰਕ ਪੈਂਦਾ ਗਾ। ਸਾਰੀ ਸੁਲਤਾਨਪੁਰ ਇੱਕ ਪਾਸੇ ਆ, ਬਾਬਾ ਨਾਨਕ ਇੱਕ ਪਾਸੇ ਆ। ਸੋਚ ਕੇ ਦੇਖੋ, ਜਿੱਥੇ ਵੀ ਬਾਬੇ ਨਾਨਕ ਨੇ ਫੈਸਲਾ ਲਿੱਤਾ ਨਾ, ਮਨੁੱਖਤਾ ਇੱਕ ਬੰਨੇ, ਗੁਰੂ ਨਾਨਕ ਇੱਕ ਬੰਨੇ, ਇਕੱਲਾ ਹੀ। ਤਾਈਓ ਦਸ਼ਮੇਸ਼ ਪਿਤਾ ਦੇ ਬਚਨਾਂ ਨਾ, 1.25 ਲੱਖ ਸੇ ਏਕ ਲੜਾਊਂ। ਮੇਰਾ ਇੱਕੋ ਹੀ ਵਾਧੂ ਆ। ਇੱਕ ਪਾਸੇ ਭਾਵੇਂ 1.25 ਲੱਖ ਹੋਵੇ ਤੇ ਭਾਵੇਂ ਇੱਕ ਪਾਸੇ ਮੇਰਾ ਸਿੱਖ ਹੋਵੇ, ਸੱਚ ਦਾ ਆਸ਼ਿਕ ਹੋਵੇ, ਕੱਲਾ ਹੀ ਵਾਧੂ ਹੈਗਾ। ਪਰ ਸੋਚਣ ਵਾਲੀ ਗੱਲ ਇਹ, ਅੱਜ ਉਹ ਕੱਲਾ ਵੀ ਖਤਮ ਹੋਣ ਜਾ ਰਿਹਾ ਹੈਗਾ। ਆਪਾਂ ਜਾਗ ਗਏ। ਜਾਗ ਲਿਹੋ ਰੇ ਮਨਾ, ਜਾਗ ਲਿਹੋ। ਕਹਿਣ ਤੋਂ ਭਾਵ ਵੀ ਅੱਜ ਗੁਰੂ ਨਾਨਕ ਸਾਹਿਬ ਦੀ ਉਹ ਕਿੰਨੀ ਪਿਆਰੀ ਥਾਂ ਗੀ ਮਸਜਿਦ, ਉਹ ਥਾਂ ਮਸੀਤ ਜਿਹੜੀ ਅੱਜ ਬਚਾਈ ਬੈਠੇ ਨੇ। ਪਰ ਸਾਡੇ ਨਵੇਂ ਡਿਜ਼ਾਈਨ ਬਣ ਗਏ। ਸਾਡੀ ਦੁਨੀਆ ਨੂੰ, ਸਾਡੇ ਸਿੱਖਾਂ ਨੂੰ ਨਵੇਂ ਡਿਜ਼ਾਈਨਾਂ ਨੇ ਪੱਟਤਾ ਕਹਿ ਲਓ। ਗੁਰੂ ਬਖਸ਼ਿਸ਼ ਕਰੇ ਇਹ ਸਾਡੇ ਆਗੂਆਂ ਤੱਕ ਜ਼ਰੂਰ ਉਪਦੇਸ਼ ਆ ਗੁਰਮਤ ਦਾ ਜਾਣਾ ਚਾਹੀਦਾ ਗਾ। ਜਿਹੜੇ ਬਹਿੰਦੇ ਆ ਨਾ ਜਾ ਕੇ ਕੁਰਸੀਆਂ ਤੇ ਬੁੱਕਲਾਂ ਦੇ ਵਿੱਚ, ਉਹ ਸਾਰੇ ਕੌਮ ਦੇ ਘਾਤਕ ਲੋਕ ਨੇਗੇ, ਖਤਰਨਾਕ ਲੋਕ ਨੇ। ਉਹਨਾਂ ਤੋਂ ਬਚਣਾ ਪਊਗਾ। ਕੀ ਕਰਵਾ ਰਹੇ ਨੇ, ਕੀ ਕਰਵਾਉਣਗੇ, ਕੀ ਉਹਨਾਂ ਦੀ ਸੋਚ ਹੈ ਤੇ ਕੀ ਉਹਨਾਂ ਦਾ ਪਲੈਨਿੰਗ ਆ, ਉਹਨੂੰ ਬੁੱਝਣਾ ਪਵੇਗਾ। ਮਗਰ ਜਾ ਕੇ ਕੁਛ ਨਹੀਂ ਬਣਨਾ, ਵੀ ਕੁਛ ਨਹੀਂ ਹੁੰਦਾ ਜੀ ਮਗਰ ਚੱਲ ਵੜੋ, ਐਂ ਕੀ ਫਰਕ ਪੈਂਦਾ ਗਾ। ਕਿਤੇ ਆਪਾਂ ਨੂੰ ਕੋਈ ਵਰਤ ਹੀ ਨਾ ਜਾਵੇ। ਜਾ ਕੇ ਰਹੋ। ਚਲੋ, ਕਹਿਣ ਤੋਂ ਭਾਵ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ, ਉਹ ਮਸਜਿਦ ਅੱਜ ਵੀ ਸੰਭਾਲੀ ਆ, ਜਿੱਥੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਉਪਦੇਸ਼ ਦਿੱਤਾ। ਸਭ ਲੋਕ ਨਾਨਕ ਦੇ ਚਰਨੀ ਪੈ ਗਏ। ਹੁਣ ਗੁਰੂ ਨਾਨਕ ਸਾਹਿਬ ਆਪਣੇ ਘਰ ਆ ਗਏ। ਬੇਈ ਨਦੀ ਤੋਂ ਨਿਕਲੇ ਆ ਨਾ, 5 ਦਾ ਇਤਿਹਾਸ ਸ਼ੁਰੂ ਕੀਤਾ।
ਬੇਈ ਨਦੀ ਤੋਂ ਚੱਲ ਕੇ ਸਿਵਿਆਂ ਦੇ ਵਿੱਚ ਗਏ ਤੇ ਸਿਵਿਆਂ ਦੇ ਵਿੱਚ ਜਾਣ ਦਾ ਕਾਰਨ ਵੀ ਲੋਕ ਜਦੋਂ ਧਰਮ ਅਪਣਾਉਂਦੇ ਆ ਜਾਂ ਲਾਲਚ ਕਰਕੇ ਅਪਣਾਉਂਦੇ ਆ ਜਾਂ ਮੌਤ ਤੇ ਦੁੱਖ ਤੋਂ ਡਰ ਕੇ ਅਪਣਾਉਂਦੇ ਨੇ। ਧਰਮੀ ਬਣ ਜਾਓ, ਮੌਤ ਨਹੀਂ ਆਊਗੀ। ਧਰਮੀ ਬਣ ਜਾਓ, ਦੁੱਖ ਨਹੀਂ ਆਊਗਾ। ਧਰਮੀ ਬਣ ਜਾਓ, ਲੋਭ ਲਾਲਚ ਨੂੰ ਮੁੱਖ ਰੱਖ ਕੇ। ਪਰ ਬਾਬੇ ਨਾਨਕ ਨੇ ਧਰਮ ਨੂੰ ਅਪਣਾਇਆ, ਧਰਮੀ ਬਣਾਉਣ ਦਾ ਸੰਦੇਸ਼ ਦਿੱਤਾ, ਮੌਤ ਨਾਲ ਸਮਝੌਤਾ ਕਰਕੇ, ਇਉਂ ਕਹਿ ਲਓ ਸਿਰ ਤੇ ਕੱਫਣ ਬੰਨ੍ਹ ਕੇ। ਵੀ ਜੇ ਕੋਈ ਸੱਚ ਦੀ ਗੱਲ ਕਰਦਾ ਨਾ ਤੇ ਉਹਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ। ਬਾਬੇ ਨਾਨਕ ਨੇ ਮਰਦਾਨੇ ਸਮੇਤ ਅੱਜ ਫੈਸਲਾ ਲੈ ਲਿਆ, ਅਸੀਂ ਸੱਚ ਦੀ ਗੱਲ ਕਰਾਂਗੇ, ਭਾਵੇਂ ਸਾਨੂੰ ਕੋਈ ਕਹਿੰਦਾ ਨਹੀਂ ਮਾਰ ਦੇਵਾਂਗੇ। ਕਿੱਦੇ ਮਾਰੋਗੇ? ਉਹ ਦਿਨ ਆਉਣ ਦੀ ਬਜਾਏ ਅੱਜ ਹੀ ਆ ਜਾਓ, ਅੱਜ ਹੀ ਮਾਰ ਦਿਓ ਸਾਨੂੰ, ਕੋਈ ਖਤਰਾ ਨਹੀਂ, ਕੋਈ ਡਰ ਨਹੀਂ, ਆਓ ਅਸੀਂ ਮੌਤ ਨਾਲ ਸਮਝੌਤਾ ਕਰ ਲਿਆ। ਬਾਬੇ ਨਾਨਕ ਨੇ ਸਮਝੌਤਾ ਕੀਤਾ ਮੌਤ ਨਾਲ, ਸੱਚ ਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਸੱਚ ਦੇ ਆਸ਼ਿਕ ਥੋੜੇ ਹੁੰਦੇ ਆ, ਇਸ ਕਰਕੇ। ਹੁਣ ਬਾਬਾ ਨਾਨਕ ਮਸਜਿਦ ਵਿੱਚ, ਮਸਜਿਦ ਤੋਂ ਬਾਅਦ ਤੀਜਾ ਪੜਾਅ ਵਾਹਿਗੁਰੂ ਆਪਣੇ ਘਰ ਦੇ ਵਿੱਚ। ਹੁਣ ਬੇਬੇ ਨਾਨਕੀ ਪੂਰਾ ਪਰਿਵਾਰ, ਬੇਬੇ ਨਾਨਕੀ, ਭਾਈ ਜੈ ਰਾਮ, ਗੁਰੂ ਨਾਨਕ ਸਾਹਿਬ ਜੀ ਦਾ ਸਹੁਰਾ ਮੂਲ ਚੰਦ ਪਟਵਾਰੀ, ਸੱਸ ਚੰਦੋ ਰਾਣੀ, ਮਾਤਾ ਤ੍ਰਿਪਤਾ ਦੇਵੀ, ਪਿਤਾ ਗੁਰੂ ਆਪਣਾ ਪਿਤਾ ਮਹਿਤਾ ਕਾਲੂ, ਤੇ ਕੋਲ ਇਸੇ ਦੌਰਾਨ ਦੇ ਵਿੱਚ ਵਿਆਹ ਤੋਂ ਬਾਅਦ ਗੁਰੂ ਪਾਤਸ਼ਾਹ ਦਾ ਪਰਿਵਾਰ, ਮਾਤਾ ਸੁਲੱਖਣੀ ਤੇ ਬੱਚੇ ਵੀ ਕੋਲ ਨੇ। ਗੁਰੂ ਨਾਨਕ ਸਾਹਿਬ ਦੇ ਨਿੱਕੇ ਨਿੱਕੇ ਬੱਚੇ ਉਹ ਵੀ ਕੋਲ ਨੇ। ਹੁਣ ਕੀ ਕਰਨਾ ਗਾ? ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸੰਸਾਰੀ ਕੱਪੜੇ ਉਤਾਰੇ, ਸੰਸਾਰੀ ਕੱਪੜੇ ਉਤਾਰ ਕੇ ਤੇ ਪਾਲੇ ਕਿਹੜੇ? ਗੇਰੂਏ ਰੰਗ ਦੇ ਪਾਲੇ। ਵੈਸੇ ਗੁਰਮਤ ਆ ਨਾ ਜਿਹੜੀ, ਉਹ ਕਿਸੇ ਇੱਕ ਰੰਗ ਤੇ ਸਾਡਾ ਧਿਆਨ ਨਹੀਂ ਦਿਵਾਉਂਦੀ ਵੀ ਤੁਸੀਂ ਕਿਹੋ ਜਿਹੇ ਕੱਪੜੇ ਪਾ ਕੇ ਪ੍ਰਚਾਰ ਕਰਨਾ, ਉਹ ਆਪਣੀ ਮਰਜ਼ੀ ਹੈ, ਜਿਹੋ ਜਿਹੇ ਮਰਜ਼ੀ ਪਾਓ। ਪਰ ਚਿੱਟਾ ਕੱਪੜਾ ਇੱਕ ਇਹ ਕੀ ਹੁੰਦਾ, ਇਉਂ ਕਹਿ ਲਓ ਸਿਆਣਪ ਦੀ ਨਿਸ਼ਾਨੀ ਹੈ। ਚਿੱਟਾ ਦਾੜਾ, ਚਿੱਟੇ ਕੇਸ, ਮਨੁੱਖ ਦੀ ਵਡੇਰੀ ਉਮਰ, ਸਿਆਣਪ ਦਾ ਪ੍ਰਤੀਕ ਹੈਗਾ। ਬਾਬਾ ਫਰੀਦ ਸਾਹਿਬ ਵਰਗਿਆਂ ਨੇ ਕਾਲੇ ਕੱਪੜਿਆਂ ਨੂੰ ਭਾਵ ਕਿਹਾ ਗਾ। ਕਿਉਂ? ਕਿਉਂਕਿ ਅਸੀਂ ਬਾਹਰੋਂ ਵੀ ਕਾਲੇ ਆ ਤੇ ਅੰਦਰੋਂ ਵੀ ਕਾਲੇ ਆ। ਉਹ ਕਾਲੇ ਕੱਪੜੇ ਬੋਲਦੇ ਨੇ। ਤੇ ਸੱਚ ਇਹ ਆ ਵੀ ਅੱਜ ਸਾਨੂੰ ਚਾਹੀਦਾ ਵੀ ਅਸੀਂ ਕਾਲੇ ਕੱਪੜੇ ਪਾ ਕੇ ਰੱਖੀਏ। ਕਿਉਂ? ਅਸੀਂ ਬਾਹਰੋਂ ਵੀ ਕਾਲੇ ਆ ਤੇ ਅਸੀਂ ਅੰਦਰੋਂ ਵੀ ਕਾਲੇ ਆ। ਬਾਬਾ ਫਰੀਦ ਬਾਹਰੋਂ ਵੀ ਚਿੱਟਾ ਤੇ ਅੰਦਰੋਂ ਵੀ ਸਾਫ਼ ਆ, ਚਿੱਟਾ ਗਾ। ਚਲੋ ਸਾਡਾ ਧਿਆਨ ਗੁਰਮਤ ਆ, ਜਿਹੜੀ ਗੁਰਬਾਣੀ ਆ ਨਾ, ਉਹ ਕਿਸੇ ਇੱਕ ਰੰਗ ਤੇ ਧਿਆਨ ਨਹੀਂ ਦਿਵਾਉਂਦੀ ਗੀ, ਇਹ ਧਿਆਨ 'ਚ ਰੱਖਿਓ। ਪਰ ਉੱਥੇ ਉਸ ਟਾਈਮ ਤੇ ਉਦਾਸੀਆਂ ਵਾਲੇ ਕੱਪੜੇ ਬਾਬੇ ਨਾਨਕ ਨੇ ਤਾਂ ਪਾਏ ਕਿਉਂਕਿ ਉਦੋਂ ਉਦਾਸੀਆਂ ਦਾ ਪ੍ਰਭਾਵ ਆ ਨਾ ਜਿਹੜਾ, ਉਹ ਬਹੁਤ ਜ਼ਿਆਦਾ ਸੀ। ਭੇਖੀ ਲੋਕ ਬਹੁਤ ਜ਼ਿਆਦਾ ਸੀ। ਭੇਖੀਆਂ ਦੇ ਵਸਤਰ ਕਿਹੋ ਜਿਹੇ ਸੀ? ਉਹੋ ਜਿਹੇ ਬਾਬੇ ਨਾਨਕ ਨੇ ਵਸਤਰ ਆਪਣੇ ਤਨ ਤੇ ਪਹਿਨ ਨੇ। ਹੁਣ ਸਹੁਰਾ ਵੀ ਘਬਰਾਹਟ ਵਿੱਚ ਆ, ਸੱਸ ਵੀ ਘਬਰਾਹਟ ਵਿੱਚ ਆ। ਹੁਣ ਬਾਪੂ ਮਹਿਤਾ ਕਾਲੂ ਵਡੇਰੀ ਉਮਰ ਹੋ ਗਈ, ਥੋੜਾ ਚੁੱਪ ਆ। ਮਾਤਾ ਤ੍ਰਿਪਤਾ ਉਹ ਵੀ ਚੁੱਪ ਆ। ਸੁਲੱਖਣੀ ਵੀ ਬੋਲਦੀ ਆ, ਮਾਤਾ ਸੁਲੱਖਣੀ ਵੀ ਬੋਲਦੀ ਆ। ਹੁਣ ਚੇਤਾ ਰੱਖਿਓ, ਗੁਰੂ ਨਾਨਕ ਸਾਹਿਬ ਨੇ ਜਦੋਂ ਇਸ ਤਰ੍ਹਾਂ ਦੇ ਕੱਪੜੇ ਪਹਿਨ ਲਏ ਨਾ, ਲੋਕ ਫੇਰ ਇਕੱਠੇ ਹੋ ਗਏ ਘਰਾਂ 'ਚ। ਘਰਾਂ 'ਚੋਂ ਨਾਨਕ ਦੇ ਘਰ। ਲੈ, ਪਹਿਲਾਂ ਨਦੀ 'ਚ ਵਗ ਗਿਆ, 3 ਦਿਨ ਉਦੋਂ ਭਾਲਦੇ ਰਹੇ। ਫਿਰ ਸਿਵਿਆਂ 'ਚ ਵਗ ਗਿਆ, ਇਹ ਤਾਂ ਲੱਗਦਾ ਪਾਗਲ ਹੋ ਗਿਆ। ਫਿਰ ਉਦੋਂ ਲੋਕ ਮਗਰ ਫਿਰਦੇ ਰਹੇ। ਹੁਣ ਅੱਜ ਬਾਬੇ ਨਾਨਕ ਨੇ ਤਾਂ ਕੱਪੜੇ ਹੋਰ ਪਾਲੇ, ਕੱਪੜੇ ਹੋਰ ਹੀ ਪਾਲੇ। ਕਹਿੰਦੇ ਨਾ ਲੋਕ, ਹੋਰ ਹੀ ਕੱਪੜੇ ਪਾਲੇ। ਲੈ, ਫਿਰ ਗੁਰੂ ਨਾਨਕ ਸਾਹਿਬ ਦੇ ਘਰ ਲੋਕ ਇਕੱਠੇ ਹੋਏ। ਚੇਤਾ ਰੱਖਿਓ, ਇੱਕ ਗੱਲ ਮੈਂ ਵਿੱਚੋਂ ਕਹਿਣ ਲੱਗਿਆ, ਅੱਜ ਇਹ ਕੱਪੜੇ ਕਿਉਂ ਪਾਏ ਨੇ? ਕਿਉਂਕਿ ਭਾਈ ਗੁਰਦਾਸ ਨੇ ਲਿਖਿਆ ਨਾ, ਕੱਲ ਵੀ ਆਪਾਂ ਪੜ੍ਹਿਆ ਸੀਗਾ, ਬਾਬੇ ਭੇਖ ਬਣਾਇਆ। ਬਾਬੇ ਨੇ ਆਪਣਾ ਭੇਖ ਉਹੋ ਜਿਹਾ ਬਣਾ ਲਿਆ ਜਿਹੋ ਜਿਹੇ ਭੇਖ ਨੂੰ ਲੋਕ ਪਸੰਦ ਕਰਦੇ ਨੇ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਉਦਾਸੀ ਮੀਨਜ਼ ਪ੍ਰਚਾਰਕ ਦੌਰਾ। ਸੱਚ ਦੀ ਗੱਲ ਕਰਨ ਦੇ ਲਈ ਬਾਬੇ ਨਾਨਕ ਨੇ ਅੱਜ ਆਪਣੇ ਘਰ ਦੇ ਵਿੱਚੋਂ ਉਹ ਸ਼ੁਰੂਆਤ ਕਰਨੀ ਆ, ਚਾਲੇ ਪਾਉਣੇ ਨੇ। ਤੇ ਹੁਣ ਚੇਤਾ ਰੱਖਿਓ, ਇੱਥੇ ਜਦੋਂ ਕੱਪੜੇ ਪਾਲੇ ਨਾ, ਮੂਲ ਚੰਦ ਬੋਲ ਪਿਆ, ਕਹਿੰਦਾ ਨਾਨਕ ਜੇ ਤੂੰ ਇਹੋ ਜਿਹੇ ਕੰਮ ਕਰਨੇ ਸੀ ਨਾ, ਫਿਰ ਮੇਰੀ ਧੀ ਨਾਲ ਰਿਸ਼ਤਾ ਕਿਉਂ ਕੀਤਾ ਤੈਂ? ਰਹਿਣ ਦਿੰਦਾ, ਕੀ ਫਰਕ ਪੈਣਾ ਸੀ? ਪਰ ਸੱਚ ਜਾਣੋ, ਅਜੇ ਨਾਨਕ ਉਹਨਾਂ ਨੂੰ ਆਪਣਾ ਜਵਾਈ ਲੱਗਦਾ। ਅਜੇ ਨਾਨਕ ਦੇ ਵਿੱਚੋਂ ਉਹਨਾਂ ਨੇ ਬੜਪਣ ਨਹੀਂ ਵੇਖਿਆ। ਅਜੇ ਨਾਨਕ ਵਿੱਚੋਂ ਨਾ ਪਰਮਾਤਮਾ ਪੀਰ ਨਹੀਂ ਵੇਖਿਆ ਗਾ। ਅਜੇ ਨਾਨਕ
ਉਹਨਾਂ ਨੂੰ ਉਦਾਂ ਆਮ ਹੀ ਲੱਗਦਾ ਵੀ ਆਮ ਜਵਾਈਆਂ ਵਰਗਾ ਜਵਾਈ ਆ ਤੇ ਤਾਂ ਹੋਰ ਹੀ ਪੁੱਠੇ ਜਿਹੇ ਕੰਮਾਂ ਤੇ ਪੈ ਗਿਆ। ਪਰ ਭਾਈ ਸੋਚਣਾ ਵੀ ਜਾਇਜ਼ ਆ। ਕਿਉਂ? ਕਿਉਂਕਿ ਪਿਤਾ ਵੀ ਪਟਵਾਰੀ, ਸਹੁਰਾ ਵੀ ਪਟਵਾਰੀ, ਬੇਬੇ ਨਾਨਕੀ ਦੇ ਘਰ ਵਾਲਾ ਉਹ ਵੀ ਸਰਕਾਰੀ ਅਫਸਰ, ਤੇ ਬਾਬਾ ਨਾਨਕ ਉਹ ਖੁਦ ਮਾਲ ਅਫਸਰ, ਐਡਾ ਵੱਡਾ ਅਫਸਰ ਰਿਹਾ। ਤੇ ਹੁਣ ਇੱਕਦਮ ਉਦਾਸੀਆਂ ਵਾਲੇ ਕੱਪੜੇ ਪਾ ਲਏ। ਹੁਣ ਉਸ ਟਾਈਮ ਤੇ ਸਹੁਰੇ ਪਰਿਵਾਰ ਵਿੱਚ ਤਰਥੱਲੀ ਮੱਚ ਗਈ। ਮੂਲ ਚੰਦ ਵੀ ਕਹਿੰਦਾ ਇਹ ਕਿਉਂ ਕਰ ਰਿਹਾਗਾ ਪੁੱਤ, ਨਾ ਤੂੰ ਇਹ ਕੰਮ ਕਰ। ਸੱਸ ਚੰਦੋ ਰਾਣੀ ਵੀ ਕਹਿੰਦੀ ਆ ਪੁੱਤ ਕਿਉਂ ਤੂੰ ਇਹ ਕੰਮ ਕਰਦਾ, ਸਾਡੀ ਧੀ ਤੇਰੇ ਬਿਨਾਂ ਔਖੀ ਹੋਊਗੀ। ਕਿਉਂ? ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਪਤੀ ਤੇ ਪਤਨੀ ਦਾ ਰਿਸ਼ਤਾ ਬੜਾ ਗਹਿਰਾ ਗਾ। ਪੁੱਤ ਤੂੰ ਚੱਲ ਜਾਵੇਂਗਾ, ਬੱਚਿਆਂ ਦਾ ਕੀ ਬਣੂਗਾ? ਨਾਨਕ ਚੁੱਪ ਆ। ਆਪਾਂ ਨੂੰ ਪਤਾ ਨਾ ਵੀ ਸਾਨੂੰ ਜਿਹੜੀ ਗੁਰਮਤ ਆ ਉਹ ਰਿਸ਼ਤੇਦਾਰੀਆਂ ਬਾਰੇ ਬੜੇ ਪਿਆਰ ਦੇ ਨਾਲ ਸਮਝਾਉਂਦੀ ਆ। ਸਾਡੀਆਂ 3 ਰਿਸ਼ਤੇਦਾਰੀਆਂ ਸਮਾਜ ਦੇ ਵਿੱਚ ਨੇਗੀਆਂ। ਉਹ 3 ਰਿਸ਼ਤੇਦਾਰੀਆਂ ਕਿਹੜੀਆਂ ਕਿਹੜੀਆਂ ਨੇ? ਪਹਿਲੀ ਰਿਸ਼ਤੇਦਾਰੀ ਹੈ ਜਿਹੜੀ ਉਹ ਸਾਡੀ ਮਾਤਾ ਪਿਤਾ ਦੀ ਆ। ਤੇ ਮਾਤਾ ਪਿਤਾ ਦੀ ਰਿਸ਼ਤੇਦਾਰੀ ਸੰਸਾਰ ਨਹੀਂ ਬਣਾਉਂਦਾ, ਨਿਰੰਕਾਰ ਬਣਾਉਂਦਾ ਗਾ। ਮਾਂ ਗੀ ਨਾ ਜਿਹੜੀ, ਉਹ ਕਿਸੇ ਦੀ ਚੁਆਇਸ ਨਾਲ ਨਹੀਂ ਮਿਲੇਗੀ ਵੀ ਮੇਰੀ ਮਾਂ ਇਹੋ ਜਿਹੀ ਹੋਣੀ ਚਾਹੀਦੀ ਆ। ਬਾਪ ਆ ਜਿਹੜਾ ਉਹ ਗੋਡ ਗਿਫਟ ਆ। ਮਾਂ ਗੀ ਜਿਹੜੀ ਗੋਡ ਗਿਫਟ ਆ, ਉਹ ਪਰਮਾਤਮਾ ਨੇ ਮਾਂ ਤੇ ਪੁੱਤ ਧੀ ਦਾ ਰਿਸ਼ਤਾ ਪਰਮਾਤਮਾ ਨੇ ਬਣਾਇਆ ਗਾ। ਤੇ ਦੂਜਾ ਰਿਸ਼ਤਾ ਸੰਸਾਰੀ ਰਿਸ਼ਤਾ ਹੁੰਦਾ, ਦੋਸਤ ਮਿੱਤਰ ਹੋਰ, ਉਹ ਆਪਾਂ ਆਪ ਖੁਦ ਬਣਾਉਣੇ ਆ। ਬਚਪਨ ਦੇ ਸਾਡੇ ਮਿੱਤਰ ਕਿਹੋ ਜਿਹੇ ਸੀ, ਜਵਾਨੀ ਵਿੱਚ ਮਿੱਤਰ ਕਿਹੋ ਜਿਹੇ ਬਣ ਗਏ, ਅੱਧ ਖੜ ਉਮਰ ਵਿੱਚ ਮਿੱਤਰ ਸਾਡੇ ਕਿਹੋ ਜਿਹੇ ਨੇ, ਬੁੱਢੇ ਹੋ ਗਏ ਤੇ ਮਿੱਤਰ ਸਾਡੇ ਕੌਣ ਨੇ ਤੇ ਕਿਹੋ ਜਿਹੇ ਨੇ, ਉਹ ਸਾਡੇ ਮਿੱਤਰ ਸਾਈਡ ਤੇ ਅਸੀਂ ਆਪ ਬਣਾਉਣੇ ਆ, ਉਹ ਕਿਸੇ ਨੇ ਹੋਰ ਨਹੀਂ ਬਣਾਏ। ਕਈ ਵਾਰ ਮਾਪੇ ਕਹਿੰਦੇ ਨਾ ਪੁੱਤ ਤੂੰ ਫਲਾਣੇ ਬੱਚੇ ਦੀ, ਨੌਜਵਾਨ ਦੀ ਸੰਗਤ ਛੱਡ ਦੇ, ਤੇ ਪੁੱਤ ਕੀ ਕਹਿੰਦਾ? ਨਹੀਂ ਉਹ ਤਾਂ ਮੇਰਾ ਦਿਲ ਦਾ ਮਿੱਤਰ ਹੈਗਾ, ਮੈਂ ਨਹੀਂ ਛੱਡ ਸਕਦਾ ਗਾ। ਮਤਲਬ ਉੱਥੇ ਬੰਦੇ ਨੇ ਆਪਣਾ ਮਿੱਤਰ, ਆਪਣਾ ਰਿਸ਼ਤੇਦਾਰ ਆਪ ਬਣਾਇਆ। ਤੇ ਤੀਜੀ ਰਿਸ਼ਤੇਦਾਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਲ ਆ। ਉਹ ਸਾਡੀ ਮੁੱਢ ਤੋਂ ਬਣੀ ਹੋਈ ਆ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਵਾਲੀ ਗੱਲ ਮੁਤਾਬਕ ਉਹ ਰਿਸ਼ਤੇਦਾਰੀ ਖੁਦ ਸਾਡੀ ਸਾਰਿਆਂ ਦੀ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਆ। ਪਰ ਜਿਹੜੀਆਂ ਪਹਿਲੀਆਂ 2 ਰਿਸ਼ਤੇਦਾਰੀਆਂ, ਉਹਨਾਂ ਦੇ ਵਿੱਚ ਸਾਡੀ ਜ਼ਿੰਦਗੀ ਦਾ ਜਿਹੜਾ ਪ੍ਰਭਾਵ ਆ ਉਹ ਬਹੁਤ ਜ਼ਿਆਦਾ ਰਹਿੰਦਾ। ਤੇ ਜਿਹੜੀ ਪਰਮਾਤਮਾ ਵਾਲੀ ਰਿਸ਼ਤੇਦਾਰੀ ਆ, ਇਹਦੇ ਨਾਲ ਸਾਡਾ ਨਾਤਾ ਜਿਹੜਾ ਹੈ ਉਹ ਪਹਿਲਾਂ ਪਿਆਰ ਲੱਗਾ ਥਣ ਦੁੱਧ। ਜਿੱਦੇ ਮਾਤਾ ਦਾ ਸਾਨੂੰ ਅੰਮ੍ਰਿਤਮਈ ਦੁੱਧ ਮਿਲ ਗਿਆ ਨਾ, ਉਦੋਂ ਹੀ ਸਾਡਾ ਪਰਮਾਤਮਾ ਨਾਲੋਂ ਨਾਤਾ ਟੁੱਟ ਜਾਂਦਾ, ਉਦੋਂ ਹੀ ਟੁੱਟ ਜਾਂਦਾ। ਉਹ ਬਾਬੇ ਨਾਨਕ ਨੇ ਖੁਦ ਆਪਣੇ ਹੱਥਾਂ ਨਾਲ ਲਿਖਿਆ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਇਆ ਭਾਬੀ ਪੇਟ, ਚੌਥਾ ਪਿਆਰ ਉਹ ਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ, ਛੇਵਾਂ ਕਾਮ ਨਾ ਪੁੱਛਿਆ ਜਾਤ, ਸੱਤਵਾਂ ਸੰਜ ਕੀਆ ਘਰ ਬਾਸ, ਅੱਠਵਾਂ ਕ੍ਰੋਧ ਹੋਆ ਤਾਂ ਨਸ। ਮਤਲਬ ਕਹਿਣ ਤੋਂ ਭਾਵ ਫਿਰ ਪੜਾ ਦਰ ਪੜਾ ਬੰਦਾ ਬਦਲਦਾ ਜਾਂਦਾ ਗਾ। ਇੱਥੇ ਹੁਣ ਨਾਨਕ ਨੂੰ ਕਹਿ ਰਹੇ ਨੇ ਦੇਖ ਤੇਰੀ ਰਿਸ਼ਤੇਦਾਰੀ, ਦੇਖ ਤੇਰੇ ਮਾਪੇ, ਦੇਖ ਤੇਰੇ ਪੁੱਤ, ਦੇਖ ਤੇਰੀ ਪਤਨੀ, ਤੂੰ ਕਿੱਧਰ ਚੱਲਿਆਗਾ। ਬਾਬਾ ਨਾਨਕ ਬੋਲਿਆ ਨਾ। ਹੁਣ ਸੁਲੱਖਣੀ ਵੀ ਬੋਲ ਪਈ, ਕਹਿੰਦੀ ਆ ਨਿੱਕੇ ਨਿੱਕੇ 2 ਨਿਆਣੇ ਆ, ਇਹਨਾਂ ਵੱਲ ਨਿਗਾਹ ਮਾਰ ਲਾ। ਦੇਖ ਤੇਰੀ ਭੈਣ ਨਾ, ਤੂੰ ਉਹਦੀ ਅੱਖ ਦਾ ਤਾਰਾ, ਤੇ ਤੇਰੇ ਬਿਨਾਂ ਨਾ ਇੱਕ ਪਲ ਵੀ ਨਹੀਂ ਉਹ ਰਹਿ ਸਕਦੀਗੀ, ਤੇ ਆਪਣੀ ਭੈਣ ਨੂੰ ਵੀ ਛੱਡ ਕੇ ਜਾ ਰਿਹਾਗਾ। ਤੇ ਨਾਨਕ ਹੁਣ ਬੋਲਿਆ, ਕਹਿੰਦਾ ਸੁਲੱਖਣੀ, ਕਿਉਂਕਿ ਉਹ ਹੁਣ ਜੋ ਗੱਲ ਸੱਸ ਸਹੁਰੇ ਕੋਲੇ ਨਹੀਂ ਹੋਈ, ਜੋ ਗੱਲ ਮਾਤਾ ਪਿਤਾ ਨਾਲ ਨਹੀਂ ਕੀਤੀ, ਜੋ ਗੱਲ ਭੈਣ ਨਾਲ ਨਹੀਂ ਕੀਤੀ, ਉਹ ਇੱਕ ਅਲੱਗ ਵਿਸ਼ਾ। ਤੇ ਜਿਹੜੀ ਗੱਲ ਘਰ ਵਾਲੀ ਨਾਲ ਹੁੰਦੀ ਹੈ ਨਾ, ਉਹ ਇੱਕ ਅਲੱਗ ਵਿਸ਼ਾ ਹੈਗਾ। ਕਹਿੰਦਾ ਸੁਲੱਖਣੀ ਤੇਰੇ 2, ਤੈਨੂੰ ਇਹਨਾਂ ਦਾ ਦੁੱਖ, ਮੇਰੇ ਲੱਖਾਂ ਹੀ ਨੇ ਮੈਨੂੰ ਉਹਨਾਂ ਦਾ ਦੁੱਖ। ਮੇਰੇ ਲੱਖਾਂ ਨੇ ਨਾ ਜਿਹੜੇ ਮੈਨੂੰ ਦੁਨੀਆ ਦੇ ਵਿੱਚ ਉਹ ਅੱਡੀਆਂ ਚੁੱਕ ਚੁੱਕ ਉਡੀਕਦੇ ਨੇ, ਕਦ ਆਏਗਾ ਨਾਨਕ। ਤੇ ਤੇਰੇ ਤਾਂ 2 ਹੀ ਆ ਨਾ, ਕੋਈ ਗੱਲ ਨਹੀਂ, ਤੂੰ ਇਹ 2 ਨੂੰ ਸੰਭਾਲੀ ਤੇ ਮੈਂ ਲੱਖਾਂ ਨੂੰ ਸੰਭਾਲਾਂਗਾ। ਤੂੰ ਫਿਕਰ ਨਾ ਕਰ, ਤੂੰ ਇਹਨਾਂ 2 ਨੂੰ ਸੰਭਾਲ, ਮੈਂ ਲੱਖਾਂ ਨੂੰ ਸੰਭਾਲਾਂਗਾ। ਉਹ ਲੱਖਾਂ ਹੀ ਮੇਰੇ ਜੀਵ ਪੁੱਤਰ ਨੇ, ਤੇ ਇਹ 2 ਵੀ ਜਿੱਥੇ ਮੇਰੇ ਪੁੱਤਰ ਆ ਨਾ, ਇਹਨਾਂ ਨੂੰ ਤੂੰ ਸੰਭਾਲ। ਇਹ ਕਿਉਂਕਿ ਉਹ ਪਰਮਾਤਮਾ ਦਾ ਇੱਕ ਨਿਯਮ ਆ। ਹਰ ਇੱਕ ਬੱਚੇ ਦਾ ਜਨਮ ਮਾਤਾ ਦੀ ਕੁੱਖੋਂ ਜਦੋਂ ਹੁੰਦਾ ਨਾ, ਉਹ ਪਰਮਾਤਮਾ ਨੇ ਇੱਕ ਮਾਂ ਦੀ ਸੇਵਾ ਲਾਈ ਹੁੰਦੀ ਆ। ਪਰਮਾਤਮਾ ਖੁਦ ਆ ਕੇ ਬੱਚੇ ਨਹੀਂ ਪਾਲਦਾ ਗਾ ਵੀ ਸਾਡੇ ਘਰ ਵਿੱਚ ਆਵੇ ਤੇ ਬੱਚੇ ਪਾਲੇ।
ਜਾਂ ਸੰਸਾਰ ਵਿੱਚ ਕਿਸੇ ਰਾਜੇ ਰਾਣੇ ਜਾਂ ਕਿਸੇ ਸੰਤ ਮਹੰਤ ਦੇ ਘਰ ਰੱਬ ਆਵੇਗਾ ਤੇ ਬੱਚੇ ਪਾਲੇਗਾ। ਭਾਵ ਕੀ ਆ, ਹਰ ਇੱਕ ਜੀਵ ਨੂੰ ਆਪਣੇ ਵਰਗੇ ਜੀਵ ਪੈਦਾ ਕਰਕੇ ਉਹਨਾਂ ਦੀ ਡਿਊਟੀ ਲਾ ਦਿੱਤੀ। ਪਰ ਜਿੱਥੇ ਉਹਨਾਂ ਦੀਆਂ ਮਾਵਾਂ ਕਮਜ਼ੋਰ ਹੋ ਗਈਆਂ, ਉਹਨਾਂ ਦੇ ਪਰਿਵਾਰ ਕਮਜ਼ੋਰ ਹੋ ਗਏ, ਉਹਨਾਂ ਤੇ ਦੁੱਖਾਂ ਦੇ ਪਹਾੜ ਆ ਡਿੱਗੇ, ਉੱਥੇ ਪਰਮਾਤਮਾ ਫਿਰ ਕਿਸੇ ਰੱਬ ਵਰਗੇ ਵਿਅਕਤੀ ਨੂੰ ਘੱਲ ਦਿੰਦਾ, ਜਾ ਕੇ ਉਹਨਾਂ ਦੀ ਸਾਂਭ ਸੰਭਾਲ ਕਰ। ਉੱਥੇ ਨਾਨਕ ਵਰਗਿਆਂ ਦੀ ਡਿਊਟੀ ਲੱਗ ਜਾਂਦੀ ਹੈ। ਸੁਲੱਖਣੀ ਤੂੰ ਇਹ ਦੋ ਸੰਭਾਲ, ਮੈਂ ਜਾ ਕੇ ਅਨੇਕਾਂ ਨੂੰ ਸੰਭਾਲਾਂਗਾ। ਹੁਣ ਸਾਰੀਆਂ ਗੱਲਾਂ ਹੋਣ ਤੋਂ ਉਪਰੰਤ ਆਪਣੇ ਬੱਚਿਆਂ ਦੀ ਪਾਲਣ ਦੀ ਡਿਊਟੀ ਤੇ ਮਾਤਾ ਸੁਲੱਖਣੀ ਦੀ ਜਿਹੜੀ ਇੱਥੇ ਭਾਵ ਲਿਹਾਜ਼ ਕਹਿ ਲਓ, ਦੋਸਤੀ ਮਿੱਤਰਤਾ ਕਹਿ ਲਓ, ਨਾਤਾ, ਉਹ ਬੇਬੇ ਨਾਨਕੀ ਨਾਲ ਜੋੜ ਦਿੱਤਾ। ਮਤਲਬ ਨਾਨਕ ਦੇ ਘਰ ਦੀ ਜ਼ਿੰਮੇਵਾਰੀ। ਹੁਣ ਬੰਦਾ ਕਿਸੇ ਕਾਰੋਬਾਰ ਤੇ ਗਿਆ ਨਾ ਬਾਹਰ ਦੂਰ, ਤੇ ਜ਼ਿੰਮੇਵਾਰੀ ਆਪਣੀ ਕਿਸੇ ਘਰ ਦੀ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਦੇ ਜਾਂਦਾ, ਜਿੱਥੇ ਵਿਸ਼ਵਾਸ ਹੋਵੇ। ਤੇ ਰੱਬ ਨਾਲ ਰਿਸ਼ਤਾ ਸਾਡਾ ਵਿਸ਼ਵਾਸ ਕਰਕੇ ਹੀ ਆ। ਜੇ ਵਿਸ਼ਵਾਸ ਨਹੀਂ ਹੈ ਤਾਂ ਰੱਬ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈਗਾ। ਹੁਣ ਬੇਬੇ ਨਾਨਕੀ ਨੂੰ ਪਰਿਵਾਰ ਦੀ ਜ਼ਿੰਮੇਵਾਰੀ ਦੇ ਦਿੱਤੀ। ਮਰਦਾਨੇ ਦੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਬੇਬੇ ਨਾਨਕੀ ਨੂੰ ਦੇ ਦਿੱਤੀ। ਮਰਦਾਨੇ ਦੇ ਬੱਚੇ ਆ ਨਾ, ਮਰਦਾਨੇ ਦਾ ਹੀ ਪਰਿਵਾਰ ਆ ਨਾ, ਉਹਨਾਂ ਦੀ ਜ਼ਿੰਮੇਵਾਰੀ ਵੀ ਨਾਨਕੀ ਨੂੰ ਦੇ ਦਿੱਤੀ। ਦੋਵੇਂ ਜਣਿਆਂ ਨੇ ਜਾਣਾ ਨਾ। ਤੇ ਹੁਣ ਇੱਥੇ ਗੱਲ ਚੇਤੇ ਰੱਖਿਓ, ਜਦੋਂ ਸਾਡੇ ਘਰ ਦੇ ਵਿੱਚੋਂ ਨਾ ਕੋਈ ਨੌਜਵਾਨ ਵੀਰ ਕਿਸੇ ਡਿਊਟੀ ਤੇ ਜਾਵੇ, ਮੰਨ ਲਓ ਵੀ ਕਿਸੇ ਫੌਜ ਦੇ ਵਿੱਚ ਜਾਂਦਾ, ਅਸੀਂ ਰੋਂਦੇ ਆ। ਸਾਡੇ ਬੱਚੇ ਨਾ ਬਾਹਰ ਦੇਸ਼ ਵਿਦੇਸ਼ ਦੀ ਧਰਤੀ ਤੇ ਜਾਂਦੇ ਨੇ, ਹਾਲਾਂਕਿ ਉਹ ਕਮਾਈ ਕਰਨ ਜਾਂਦੇ ਆ, 2-4 ਮਹੀਨਿਆਂ ਬਾਅਦ ਉਹਨਾਂ ਨੇ ਸਾਡੇ ਅਕਾਊਂਟ ਵਿੱਚ ਪੈਸੇ ਪਾਉਣ ਲੱਗ ਜਾਣਾਗਾ, ਪਰ ਫਿਰ ਵੀ ਲੋਕ ਏਅਰਪੋਰਟ ਤੇ ਨਾ ਧਾਹਾਂ ਮਾਰ ਮਾਰ ਹੁੰਦੇ ਨੇ, ਟੱਕਰਾਂ ਮਾਰਦੇ ਨੇਗੇ। ਸੋਚ ਕੇ ਦੇਖੋ, ਹਾਲਾਂਕਿ ਉਹਨਾਂ ਨੇ ਮੁੜਨਾ ਗਾ। ਇੱਕ ਮੈਂ ਇੱਥੇ ਥੋੜੀ ਜਿਹੀ ਹੋਰ ਗੱਲ ਸਾਂਝੀ ਕਰਾਂਗਾ। ਗੁਰੂ ਨਾਨਕ ਸਾਹਿਬ ਦਾ ਜਦੋਂ ਆਪਾਂ ਇਤਿਹਾਸ ਸੁਰਤ ਦੀ ਅੱਖ ਨਾਲ ਵੇਖਦੇ ਆ ਨਾ, ਤੇ ਸੇਮ ਆਨੰਦਪੁਰ ਸਾਹਿਬ ਦੇ ਨਾਲ ਜਾ ਕੇ ਮਿਲ ਜਾਂਦਾ। ਦੇਖ ਕੇ ਦੇਖੋ, ਮਿਲ ਕੇ ਕਦੇ। ਆਨੰਦਪੁਰ ਸਾਹਿਬ ਦੇ ਵਿੱਚੋਂ ਵੀ ਗੁਰੂ ਸਾਹਿਬ ਤੁਰਦੇ ਨੇ, ਪਰਿਵਾਰ ਵਿਛੜਦਾ ਗਾ। ਇੱਥੇ ਵੀ ਅੱਜ ਸੁਲਤਾਨਪੁਰ ਦੀ ਧਰਤੀ ਤੋਂ ਬਾਬਾ ਨਾਨਕ ਤੁਰਦਾ ਗਾ, ਤੇ ਪਰਿਵਾਰ ਅੱਜ ਵੀ ਵਿਛੜਦਾ। ਤੇ ਪਰਿਵਾਰ ਛੱਡਣਾ ਨਾ ਕੋਈ ਸੌਖੀ ਗੱਲ ਨਹੀਂ, ਬੜੀ ਔਖੀ ਗੱਲ ਆ। ਮਹਾਤਮਾ ਬੁੱਧ ਨੂੰ ਨਾ ਪੂਰੀ ਦੁਨੀਆ ਜਾਣਦੀ ਆ, ਲੋਕ ਮੰਨਦੇ ਵੀ ਬਹੁਤ ਨੇ। ਚਲੋ ਮੰਨ ਲਓ ਵੀ ਆਪਾਂ ਨਹੀਂ ਕਹਿੰਦੇ ਉਹਨਾਂ ਦੀ ਵਿਚਾਰਧਾਰਾ ਵੀ ਕੁਝ % ਸਹੀ ਆ, ਅਸੀਂ ਨਹੀਂ ਕਹਿੰਦੇ ਉਹ ਅੱਜ ਦੇ ਅਖੌਤੀ ਬਾਬਿਆਂ ਵਰਗਾ। ਅੱਜ ਦੇ ਅਖੌਤੀ ਬਾਬੇ ਮਹਾਤਮਾ ਬੁੱਧ ਦੇ ਪੈਰ ਵਰਗੇ ਵੀ ਨਹੀਂ ਬਣ ਸਕਦੇ। ਤੇ ਚੇਤਾ ਰੱਖੋ, ਜਿੱਦੇ ਮਹਾਤਮਾ ਬੁੱਧ ਨਾ ਪ੍ਰਚਾਰ ਕਰਨ ਘਰੋਂ ਨਿਕਲਦਾ ਗਾ, ਇੱਕ ਬੱਚਾ ਰਾਹੁਲ ਤੇ ਇੱਕ ਉਹਦੇ ਘਰ ਵਾਲੀ ਜਸੋਧਰਾ, ਇੱਕ ਬੱਚਾ, ਉਹਨਾਂ ਨੂੰ ਬਿਨਾਂ ਦੱਸੇ ਘਰੋਂ ਰਾਹੁਲ ਤੇ ਆਪਣੀ ਜਸੋਧਰਾ ਘਰ ਵਾਲੀ ਨੂੰ ਬਿਨਾਂ ਦੱਸੇ ਮਹਾਤਮਾ ਬੁੱਧ ਆਪਣੇ ਘਰੋਂ ਨਿਕਲਦਾ ਗਾ। ਜਦੋਂ ਨਾ ਘਰੋਂ ਤੁਰ ਪਿਆ, ਗੇਟ ਤੇ ਜਾ ਕੇ ਪਿਛਾਂਹ ਮੁੜ ਕੇ ਤੱਕ ਪਿਆ। ਦੀਵੇ ਦੀ ਮਿੰਨੀ ਲੋ ਆ, ਉਹ ਦੀਵੇ ਦੀ ਲੋ ਵਿੱਚ ਚਾਨਣ ਵਿੱਚ ਆਪਣੇ ਪੁੱਤ ਦਾ ਮੁਖ ਵੀ ਵੇਖ ਲਿਆ ਤੇ ਆਪਣੇ ਘਰ ਵਾਲੀ ਦਾ ਮੁਖ ਵੀ ਵੇਖ ਲਿਆ, ਪਰ ਸਬਰ ਨਾ ਆਇਆ, ਦੁਬਾਰਾ ਫਿਰ ਮੁੜ ਆਇਆ। ਘਰੋਂ ਚੱਲ ਪਿਆ, ਦੁਬਾਰਾ ਫਿਰ ਮੁੜ ਆਇਆ। ਦੁਬਾਰਾ ਮੁੜ ਕੇ ਆ ਕੇ ਨਾ ਕੋਲ ਬੁਲਾਉਣ ਲੱਗਿਆ ਵੀ ਬੁਲਾ ਤਾਂ ਲਵਾਂ ਨਾ। ਤੇ ਫਿਰ ਸੋਚਿਆ ਕਿ ਕਹਿੰਦਾ ਜੇ ਮੈਂ ਬੁਲਾ ਲਿਆ ਨਾ, ਮੇਰਾ ਪੁੱਤ ਰਾਹੁਲ ਉੱਠ ਖੜਿਆ, ਮੇਰੇ ਘਰ ਵਾਲੀ ਉੱਠ ਖੜੀ ਨਾ, ਫਿਰ ਕੋਲੋਂ ਜਾਣਾ ਔਖਾ ਹੋ ਜਾਊਗਾ, ਤੁਰਿਆ ਨਹੀਂ ਜਾਣਾ। ਸਬਰ ਦਾ ਘੁੱਟ ਭਰ ਕੇ ਨਾ ਦੁੱਖ ਦੇ ਵਿੱਚ, ਖੁਸ਼ੀ ਨਹੀਂ, ਦੁੱਖ ਦੇ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਪ੍ਰਚਾਰ ਲਈ ਤੁਰਿਆ ਸੀ। ਇਹ ਤਾਂ ਬਾਬਾ ਨਾਨਕ ਆ ਜਿਹਨੇ ਸਾਰੀ ਸੁਲਤਾਨਪੁਰ ਨੂੰ ਇਕੱਠਾ ਕਰ ਲਿਆ, ਪਰਿਵਾਰ ਨੂੰ ਇਕੱਠਾ ਕਰ ਲਿਆ। ਸਹੁਰੇ ਪਰਿਵਾਰ ਆਇਆ ਹੋਇਆ ਗਾ, ਰਿਸ਼ਤੇਦਾਰ ਆਏ ਹੋਏ ਨੇ, ਸਾਰਿਆਂ ਨੂੰ ਭਰੀ ਪੰਚਾਇਤ 'ਚ ਕਹਿ ਲਓ। ਅੱਜ ਬਾਬਾ ਨਾਨਕ ਨਾ ਸੱਚ ਦਾ ਪ੍ਰਚਾਰ ਕਰਨ ਦੇ ਲਈ ਘਰੋਂ ਜਾਂਦਾ, ਪਤਾ ਨਹੀਂ ਦੁਬਾਰਾ ਕਿੱਦੇ ਵਾਪਸ ਪਰਤਣਾ ਗਾ। ਇਹ ਤਾਂ ਸਾਡੇ ਇਤਿਹਾਸ ਨੇ ਦਿਖਾਇਆ। ਜਦੋਂ ਨਾਨਕੀ ਨੇ ਯਾਦ ਕੀਤਾ, ਬਾਬਾ ਨਾਨਕ ਰੋਟੀ ਖਾਣਾ ਗਾ, ਅੱਜ ਮੈਂ ਸਾਗ ਬਣਾਇਆ, ਮੱਕੀ ਦੀ ਰੋਟੀ ਬਣਾਈ ਆ ਜਾ ਵੀਰਾ, ਨਾਲ ਦੀ ਨਾਲ ਆ ਗਿਆ। ਬਾਬੇ ਕੋਲੇ ਕਿਹੜੀ ਸਕਾਰਪੀਓ ਸੀ, ਸੋਚ ਕੇ ਵੇਖੋ। ਬਾਬੇ ਕੋਲੇ ਕਿਹੜਾ ਮੋਬਾਈਲ ਫੋਨ ਸੀ ਵੀ ਵੀਡੀਓ ਕਾਲ ਕਰ ਲੂਗਾ। ਬਾਬੇ ਕੋਲੇ ਕਿਹੜੀ ਇਹੋ ਜਿਹੀ ਸਹੂਲਤ ਸੀ, ਨਹੀਂ। ਪਰ ਸੋਚਿਓ ਵੀ ਉਸ ਟਾਈਮ ਤੇ ਬਾਬਾ ਅੱਜ ਘਰੋਂ ਜਾਂਦਾ, ਪਰ ਸੱਚ ਦਾ ਪ੍ਰਚਾਰ ਕਰਨ ਦੇ ਲਈ ਪਰਿਵਾਰ ਨੂੰ ਛੱਡਦਾ। ਰਹਿ ਹੋ ਗਈ, ਪਰਿਵਾਰ ਨੂੰ ਸਾਰੀ ਗੱਲਬਾਤ ਸਮਝਾ ਦਿੱਤੀ, ਬੇਬੇ ਨਾਨਕੀ ਨੂੰ ਪਰਿਵਾਰ ਦੀ ਜ਼ਿੰਮੇਵਾਰੀ ਲਾ ਦਿੱਤੀ, ਸਾਂਭ ਸੰਭਾਲ ਤੈਅ ਕਰਨੀ ਆ।
ਤੇ ਅਗਲੀ ਗੱਲ ਬਾਬਾ ਨਾਨਕ ਕਹਿੰਦਾ ਹੁਣ ਮੈਂ ਇਉਂ ਨਹੀਂ ਤੁਰਦਾ। ਸਾਰਿਆਂ ਦੇ ਮਨ ਅੰਦਰ ਆ ਵੀ ਹੁਣ ਤੁਰੂ। ਬਾਬਾ ਨਾਨਕ ਕਹਿੰਦਾ ਮੈਂ ਇਉਂ ਨਹੀਂ ਤੁਰਦਾ, ਮੈਂ ਕਿਵੇਂ ਤੁਰਾਂਗਾ? ਅੱਜ ਤੱਕ ਨਾ ਜਦੋਂ ਕੋਈ ਵੀ ਧਰਮੀ ਬੰਦਾ ਧਰਮ ਦੀ ਗੱਲ ਕਰਦਾ, ਉਹ ਆਪਾਂ ਪਹਿਲਾਂ 2 ਪੁਆਇੰਟ ਲੈ ਲਏ ਸੀ। ਇੱਕ ਤਾਂ ਲਾਲਚ ਵਿੱਚ ਆ ਕੇ, ਨੰਬਰ 2 ਮੌਤ ਤੋਂ ਡਰਦਾ, ਤੇ ਤੀਜਾ ਪੁਆਇੰਟ ਇੱਥੇ ਇੱਕ ਹੋਰ ਆ, ਜਿਹੜਾ ਧਰਮੀ ਬਣਨ ਦੇ ਲਈ ਘਰੋਂ ਤੁਰਦਾ ਨਾ, ਉਹ ਔਰਤ ਨੂੰ ਤਿਆਗ ਦਿੰਦਾ, ਪਰਿਵਾਰ ਨੂੰ ਤਿਆਗ ਦਿੰਦਾ। ਉਹਦੇ ਅੰਦਰ ਭਾਵਨਾ ਕੀ ਬਣ ਜਾਂਦੀ ਹੈ? ਔਰਤ ਨੂੰ ਮੱਥੇ ਨਹੀਂ ਲਾਉਣਾ, ਔਰਤ ਦੇ ਹੱਥਾਂ ਦਾ ਖਾਣਾ ਨਹੀਂ। ਮਹਾਤਮਾ ਬੁੱਧ ਦੇ ਵੀ ਭਾਵ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਹੈ। ਬਾਕੀ ਆਪਾਂ ਈਸਾਈ ਲਾ ਲਓ ਜਾਂ ਹਿੰਦੂ ਲਾ ਲਓ, ਕੋਈ ਲਾ ਲਓ, ਉਹਨਾਂ ਦੇ ਮਤ ਵਿੱਚ ਤਾਂ ਹੈ ਹੀ ਹੈ। ਉਹ ਤਾਂ ਸਮਝਦੀ ਬੜਾ ਬਹੁਤ ਘਟੀਆ ਸੋਚ ਨਾਲ ਸੋਚਦੇ ਨੇ ਔਰਤ ਨੂੰ। ਪਰ ਗੁਰੂ ਨਾਨਕ ਪਾਤਸ਼ਾਹ ਨੇ ਜੇ ਗੁਰਬਾਣੀ ਵਿੱਚ ਲਿਖਿਆ ਨਾ ਤੇ ਬਰੋਬਰ ਸਤਿਕਾਰ ਦਿੱਤਾ। ਇਹ ਸੱਚਾਈ ਆ। ਲੋਕ ਕਹਿਣਗੇ ਵੀ ਗੁਰੂ ਨਾਨਕ ਨੇ ਘਰ ਤਿਆਗ ਦਿੱਤਾ, ਨਹੀਂ, ਜ਼ਿੰਮੇਵਾਰੀ ਬੇਬੇ ਨਾਨਕ ਨੂੰ ਦਿੱਤੀ ਹੈਗੀ। ਲੋਕ ਕਹਿਣਗੇ ਇਕੱਲੇ ਹੀ ਤੁਰ ਪਿਆ ਤੇ ਨਾਲ ਕੋਈ ਯੋਗਦਾਨ, ਕੋਈ ਹਿੱਸਾ ਪਵਾਇਆ ਨਹੀਂ ਹੈ। ਅੱਜ ਵੀ ਕਈ ਵਾਰ ਨਾ ਇਹ ਸਵਾਲ ਖੜਾ ਹੋ ਜਾਂਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪਿਆਰੇ ਹੀ ਕਿਉਂ ਚੁਣੇ ਤੇ 5 ਪਿਆਰਿਆਂ ਦੇ ਵਿੱਚ, ਵੀਰਾਂ ਦੇ ਵਿੱਚ ਭੈਣਾਂ ਨੂੰ ਕਿਉਂ ਨਹੀਂ ਚੁਣਿਆ ਗਿਆ? ਇੱਕ ਸਵਾਲ ਬਣ ਜਾਂਦਾ ਨਾ ਅੱਜ ਵੀ। ਪਰ ਚੇਤਾ ਰੱਖਿਓ, ਇਹ ਤਾਂ ਬਾਬੇ ਨਾਨਕ ਨੇ ਪਿਆਰ ਤਾਂ ਬਖਸ਼ਤਾ, ਹਿੱਸਾ ਵਿੱਚ ਪਵਾ ਲਿਆ, ਪਰ ਉਦੋਂ ਅੱਗੇ ਜਦੋਂ 10ਵੇਂ ਪਾਤਸ਼ਾਹ ਨੇ ਆਵਾਜ਼ ਮਾਰੀ ਆ ਨਾ, ਉਦੋਂ ਕੋਈ ਭੈਣ ਖੜੀ ਹੋਈ ਜਾਂ ਨਹੀਂ ਹੋਈ ਉਹਦਾ ਜ਼ਿਕਰ ਨਹੀਂ। ਹਾਂ, ਦੂਜੇ ਜਥਿਆਂ ਦੇ ਵਿੱਚ ਜ਼ਿਕਰ ਆਉਂਦਾ ਗਾ। ਜੋ ਦੂਜੀ ਵਾਰ ਅੰਮ੍ਰਿਤ ਛਕਾਇਆ ਗਾ, ਤੀਜੀ ਵਾਰ ਛਕਾਇਆ, ਤੀਜੇ ਜਥੇ ਨੂੰ, ਚੌਥੇ ਜਥੇ ਨੂੰ, 5ਵੇਂ ਜਥੇ ਨੂੰ, ਅਨੇਕਾਂ ਦੀ ਗਿਣਤੀ 'ਚ ਅੰਮ੍ਰਿਤ ਛਕਦੇ ਨਾ, ਤੇ ਉਸ ਟਾਈਮ ਤੇ ਭੈਣਾਂ ਨੇ ਸੇਵਾ ਵਿੱਚ ਨਿਭਾਈ ਆ। ਹਾਂ, ਪਹਿਲੇ ਜਿਹੜਾ 5 ਪਿਆਰਿਆਂ ਦਾ 5 ਜਣਿਆਂ ਦਾ ਜਥਾ, ਉਹਦੇ ਵਿੱਚ ਕੋਈ ਭੈਣ ਨਹੀਂ ਆਈਗੀ। ਇਹ ਕਿਉਂ ਨਹੀਂ ਆਈ? ਦਿਲ ਬੜਾ ਛੋਟਾ। ਦਿਲ ਤਾਂ ਹੁਣ ਗੁਰਬਾਣੀ ਨਾਲ ਵੱਡਾ ਹੋਣਾ ਨਾ। ਗੁਰਬਾਣੀ ਪੜ੍ਹ ਕੇ ਅੰਦਰ ਦੀ ਸਹਿਨਸ਼ੀਲਤਾ ਲਾ ਲਓ, ਅੰਦਰ ਦਾ ਪਿਆਰ ਲਾ ਲਓ, ਉਹ ਬੇਬੇ ਨਾਨਕੀ ਵਰਗੀ ਕੁਆਲਿਟੀ ਲੱਭਦਾ ਬਾਬਾ ਨਾਨਕ 10ਵੇਂ ਜਾਮੇ ਵਿੱਚ, ਅੱਜ ਵੀ ਲੱਭਦਾ। ਉਹ ਕਹਿੰਦਾ ਮੈਨੂੰ ਭੈਣ ਨੂੰ ਐਂ ਨਹੀਂ ਵੀ ਪਿਆਰੀ ਨਹੀਂ ਲੱਗਦੀ, ਭੈਣ ਬੜੀ ਪਿਆਰੀ ਲੱਗਦੀ ਆ, ਪਰ ਕੁਆਲਿਟੀ ਬੇਬੇ ਨਾਨਕੀ ਵਰਗੀ ਹੋਵੇ। ਲੋਕਾਂ ਦੀ ਅੱਖ ਰੋਂਦੀ ਆ ਨਾ, ਨਾਨਕ ਡੁੱਬ ਗਿਆ ਤੇ ਬੇਬੇ ਨਾਨਕੀ ਨਹੀਂ ਰੋਈ। ਕੋਈ ਜੇ ਇਹੋ ਜਿਹੀ ਭੈਣ ਹੈ ਤਾਂ ਆਓ। ਗੁਰੂ ਨਾਨਕ ਸਾਹਿਬ ਕਹਿੰਦਾ ਮੈਂ ਧੱਕਦਾ ਨਹੀਂ, ਮੈਂ ਉਸ ਭੈਣ ਨੂੰ ਬੜਾ ਪਿਆਰ ਦੇਣਾ। ਕਿੰਨਾ ਕੁ? ਉਹ ਭੈਣ ਨੂੰ ਇੰਨਾ ਪਿਆਰ ਦੇਣਾ ਉਹ ਤੋਂ ਝੱਲਿਆ ਨਹੀਂ ਜਾਣਾ, ਇੰਨਾ ਪਿਆਰ ਬਖਸ਼ਣਾ ਗਾ। ਫਿਰ ਉਹ ਮਾਈ ਭਾਗ ਕੌਰ ਵਰਗੀਆਂ, ਹਰਸ਼ਰਨ ਕੌਰ ਵਰਗੀਆਂ, ਬੇਬੇ ਨਾਨਕੀ ਵਰਗੀਆਂ, ਮਾਤਾ ਖੀਵੀ ਵਰਗੀਆਂ ਕਿੰਨੀਆਂ ਭੈਣਾਂ ਨੇ। ਠੀਕ ਆ ਵੀ ਜੇ ਵਿਤਕਰਾ ਕੀਤਾ ਤਾਂ ਅਸੀਂ ਕੀਤਾ, ਉਹਨਾਂ ਭੈਣਾਂ ਦਾ ਇਤਿਹਾਸ ਕਦੇ ਨਾ ਪੜ੍ਹਿਆ ਤੇ ਨਾ ਸੁਣਿਆ। ਹੁਣ ਇੱਥੇ ਬਾਬੇ ਨਾਨਕ ਨੇ ਯੋਗਦਾਨ ਕਹਿ ਲਓ, ਹਿੱਸਾ ਕਹਿ ਲਓ, ਪਵਾਉਣਾ, ਕਹਿੰਦਾ ਇਉਂ ਨਹੀਂ ਜਾਂਦਾ। ਭੈਣੇ ਮਾਤਾਵਾਂ ਨੂੰ ਬੇਨਤੀ ਕੀਤੀ, ਅੱਜ ਤੁਹਾਡਾ ਵੀ ਹਿੱਸਾ ਮੈਂ ਇਸ ਸੱਚ ਦੇ ਪ੍ਰਚਾਰ ਵਿੱਚ ਨਾ ਪਵਾਉਣਾ ਗਾ। ਫਿਰ ਉੱਥੇ ਕਿਹੜਾ ਹਿੱਸਾ ਪਵਾਇਆ ਤੁਹਾਡੇ ਧਿਆਨ ਵਿੱਚ ਆ ਗਿਆ ਹੋਵੇਗਾ। ਬੇਬੇ ਨਾਨਕੀ ਨੇ ਰਬਾਬ ਖਰੀਦ ਕੇ ਗੁਰੂ ਨਾਨਕ ਸਾਹਿਬ ਨੂੰ ਦਿੱਤੀ ਆ। ਯੋਗਦਾਨ ਆ ਇਹ, ਹਿੱਸਾ ਵਿੱਚ ਬਰੋਬਰ ਖੜ ਗਈ ਨਾਲ, ਹੈ ਨਾ। ਬੇਸ਼ੱਕ ਬੇਬੇ ਨਾਨਕੀ ਨਾਲ ਨਹੀਂ ਗਈ, ਪਰ ਜਿਹੜੀ ਰਬਾਬ ਆਪਣੇ ਹੱਥਾਂ ਨਾਲ ਦਿੱਤੀ ਹੈ ਨਾ, ਉਹ ਰਬਾਬ ਵਿੱਚ ਬੇਬੇ ਨਾਨਕੀ ਬੋਲਦੀ ਹੈ। ਮਤਲਬ ਇੱਕ ਸਾਡੀ ਭੈਣ, ਇੱਕ ਔਰਤ ਬੋਲਦੀ ਆ। ਹੁਣ ਉਹ ਰਬਾਬ ਕਿੱਥੋਂ ਲੈ ਕੇ ਆਂਦੀ? ਹੁਣ ਰਬਾਬ ਦਾ ਮਾਹਰ ਤਾਂ ਆਪਾਂ ਨੂੰ ਪਤਾ ਨਾ, ਭਾਈ ਮਰਦਾਨਾ ਜੀ ਹਨ, ਰਬਾਬੀ ਨੇ। ਇਹ ਗੱਲ ਹੋਰ ਧਿਆਨ ਵਿੱਚ ਰੱਖਿਓ। ਵੈਸੇ ਇਹ ਗੱਲ ਸੰਗੀਤਕਾਰਾਂ ਦੀ ਆ, ਆਪਣੀ ਨਹੀਂ ਹੈ, ਰਾਗੀਆਂ ਦੀ ਆ। ਜਿਹੜੀ ਰਬਾਬ ਆ ਨਾ, ਇਹ ਈਰਾਨ ਦਾ ਸਭ ਤੋਂ ਮਸ਼ਹੂਰ ਸਾਜ਼ ਆ ਤੇ ਵਜਾਉਣੀ ਬਹੁਤ ਔਖੀ ਆ। ਇਹਦੇ ਲਈ ਮਿਹਨਤ ਬੜੀ ਕਰਨੀ ਪੈਂਦੀ ਆ, ਦਿਨ ਰਾਤ ਇੱਕ ਕਰਕੇ ਫਿਰ ਕਿਤੇ ਜਾ ਕੇ ਰਬਾਬ ਤੇ ਹੱਥ ਚੱਲਣ ਲੱਗਦਾ ਗਾ। ਐਵੇਂ ਨਹੀਂ ਵੱਜਦੀ ਗੀ। ਕਿੱਥੋਂ ਦਾ ਇਹ ਸੰਗੀਤ ਹੈਗਾ, ਕਿੱਥੋਂ ਦੀ ਇਹ ਸਾਜ਼ ਹੈਗਾ? ਈਰਾਨ ਇਲਾਕੇ ਦਾ ਮਸ਼ਹੂਰ ਸਾਜ਼ ਆ, ਈਰਾਨ ਦਾ। ਤੇ ਹੁਣ ਇੱਥੇ ਗੁਰੂ ਨਾਨਕ ਸਾਹਿਬ ਨੇ ਬੇਬੇ ਨਾਨਕੀ ਤੋਂ ਮੰਗ ਕੀਤੀ, ਬੇਬੇ ਨਾਨਕੀ ਅਸੀਂ ਤੁਹਾਡਾ ਯੋਗਦਾਨ ਪਾਉਣਾ, ਕੁਝ ਟਕੇ ਦਿਓ। ਤੇ ਬੇਬੇ ਨਾਨਕੀ ਨੇ ਨਾ ਉਦੋਂ 16 ਆਨੇ ਦਿੱਤੇ ਸੀ, ਜਿਨ੍ਹਾਂ ਨੂੰ ਇਤਿਹਾਸਕਾਰ 20 ਰੁਪਈਏ ਲਿਖ ਦਿੰਦੇ ਨੇ, ਤੇ 16 ਆਨਿਆਂ ਦਾ ਉਦੋਂ 1 ਰੁਪਈਆ ਹੁੰਦਾ ਸੀ। ਆਪਾਂ ਕਹਿੰਦੇ ਆਹ ਗੱਲ ਤਾਂ ਮੇਰੀ 16 ਆਨੇ ਆ, 16 ਆਨੇ ਖਰੀ, ਮਤਲਬ 100% ਖਰੀ। 16 ਆਨਿਆਂ ਦਾ 1 ਰੁਪਈਆ ਹੁੰਦਾ ਸੀ, 100 ਪੈਸਾ, ਤੇ ਇੱਕ ਆਨੇ 'ਚ 4 ਪੈਸੇ ਹੁੰਦੇ ਸਨ। ਹੁਣ ਗੁਰੂ ਪਾਤਸ਼ਾਹ ਜੀ ਨੇ ਇੱਥੇ ਭਾਵ 16 ਆਨੇ ਬੇਬੇ ਨਾਨਕੀ ਤੋਂ ਲੈਤੇ।
ਤੇ ਨਾਲ ਮਰਦਾਨੇ ਨੂੰ ਪਕੜਾ ਦਿੱਤੇ, ਜਾਂ ਮਰਦਾਨਿਆਂ ਆ ਰੁਪਈਏ ਲੈ ਕੇ ਨਾ ਇੱਥੇ ਨਾਲਲੇ ਪਿੰਡ ਕੋਲੇ ਪਿੰਡ ਆਗਾ ਭੈਰੋਆਣਾ, ਤੇ ਭੈਰੋਆਣੇ ਪਿੰਡ ਜਾ ਤੇ ਉੱਥੇ ਭਾਈ ਫਰੰਦਾ ਕਾਰੀਗਰ ਆ, ਮਿਸਤਰੀ ਆ, ਤੇ ਉਹਦੇ ਕੋਲੋਂ ਨਾ ਜਾ ਕੇ ਰਬਾਬ ਲੈ ਕੇ ਆ। ਮਰਦਾਨਾ ਕਹਿਣ ਲੱਗਿਆ, ਕਹਿੰਦਾ ਨਾਨਕਾ ਰੁਪਈਆਂ ਦੀ ਕੀ ਲੋੜ ਆ, ਤੇਰੀ ਚਾਰ ਚੁਫੇਰੇ ਮਹਿਮਾ, ਚਾਰ ਚੁਫੇਰੇ ਤੇਰੀ ਮਹਿਮਾ ਨਾ, ਚਾਰ ਚੁਫੇਰੇ ਤੇਰਾ ਸਤਿਕਾਰ ਹੈ, ਰੁਪਈਆਂ ਤੋਂ ਕੀ ਰੋਣਾ। ਜਦੋਂ ਮੈਂ ਜਾ ਕੇ ਦੱਸਾਂ ਨਾ ਵੀ ਨਾਨਕ ਨੇ ਭੇਜਿਆ, ਉਹ ਇੱਕ ਰਬਾਬ ਦੀ ਬਜਾਏ ਮੈਨੂੰ 10 ਰਬਾਬਾਂ ਦੇਵੇਗਾ, ਮੈਨੂੰ ਪੱਕੀ ਗਰੰਟੀ ਆ, ਕੀ ਕਰਾਉਣਾ ਪੈਸਿਆਂ ਤੋਂ। ਨਾਨਕ ਕਹਿੰਦਾ ਨਹੀਂ, ਲੈ ਕੇ ਜਾ। ਆਪਣੇ ਵੱਲੋਂ ਰੁਪਈਏ ਲੈ ਕੇ ਮਰਦਾਨਾ ਨਾਲ ਦੇ ਪਿੰਡ ਸੁਲਤਾਨਪੁਰ ਦੇ ਨੇੜੇ ਆ ਭੈਰੋਵਾਲ, ਤੇ ਉੱਥੇ ਚਲਾ ਗਿਆ। ਉੱਥੇ ਭਾਈ ਫਰੰਦੇ ਦੇ ਘਰ ਚਲਾ ਗਿਆ। ਫਰੰਦੇ ਦਾ ਜਾ ਕੇ ਕੁੰਡਾ ਖੜਕਾਇਆ, ਫਰੰਦਿਆ ਰਬਾਬ ਲੈਣੀ ਆ। ਤੇ ਜਦੋਂ ਹੁਣ ਫਰੰਦੇ ਦੇ ਘਰ ਜਾ ਕੇ ਆਵਾਜ਼ ਤੇ ਰਬਾਬ ਲੈਣੀ ਆ, ਫਰੰਦਾ ਕਹਿੰਦਾ ਕਿਹਦੇ ਵਾਸਤੇ? ਕਹਿੰਦਾ ਨਾਨਕ ਵਾਸਤੇ। ਕਹਿੰਦਾ ਨਾਨਕ ਵਾਸਤੇ ਰਬਾਬ ਬੜੇ ਮਹਿੰਗੇ ਮੁੱਲ 'ਚ ਖਰੀਦੀ ਜਾਣੀ ਆ। ਹੁਣ ਭਾਈ ਮਰਦਾਨਾ ਰਬਾਬੀ ਆ ਨਾ, ਅੱਗੇ ਰਬਾਬਾਂ ਬੜੀਆਂ ਖਰੀਦੀਆਂ ਹੋਣਗੀਆਂ। ਉਹ ਕਹਿੰਦਾ ਸੱਚੀ ਗੱਲ ਆ, ਮੈਂ ਕਿਹਾ ਸੀ ਨਾ ਨਾਨਕ ਤੇਰਾ ਨਾਂ ਚੱਲਦਾ ਗਾ ਤੇ ਰਬਾਬ ਮੈਨੂੰ ਫਰੀ ਮਿਲ ਜੂਗੀ। ਬੰਦਾ ਲਾਲਚੀ ਆ ਤੇ ਬਾਬੇ ਨਾਨਕ ਨੂੰ ਇਹਦੇ ਬਾਰੇ ਪਤਾ ਹੋਣਾ, ਤਾਂ ਪਹਿਲੀ ਰੇਟ ਦੀ ਗੱਲ ਕਰਨ ਲੱਗ ਗਿਆ, ਪਹਿਲੀ ਮੁੱਲ ਦੀ ਗੱਲ ਕਰਨ ਲੱਗ ਗਿਆ, ਪਹਿਲੀ ਮਹਿੰਗੀ ਦੀ ਗੱਲ ਕਰਨ ਲੱਗ ਗਿਆ। ਨਾਨਕ ਦਾ ਭਾਵ ਭਰਾ ਮਰਦਾਨਾ ਕਹਿੰਦਾ ਕੋਈ ਗੱਲ ਨਹੀਂ, ਕਿੰਨੀ ਕੁ ਮਹਿੰਗੀ ਆ, ਤੂੰ ਹੀਰਿਆਂ ਦੇ ਮੁੱਲ ਤਾਂ ਨਹੀਂ ਦੇਵੇਂਗਾ ਰਬਾਬ? ਰਬਾਬ ਦਿਖਾ, ਮੈਂ ਵਜਾ ਕੇ ਵੇਖਣੀ ਆ, ਤੇ ਜਿਹੜੀ ਰਬਾਬ ਫਿੱਟ ਆ ਗਈ ਉਹ ਮੈਂ ਲੈ ਜੂੰਗਾ। ਰੁਪਈਏ ਲਵੇਂਗਾ ਜਿੰਨੇ ਚਾਹੀਦੇ ਆ ਮੈਂ ਦੇ ਦੇਵਾਂਗਾ, ਰੁਪਈਏ ਲੈ ਕੇ ਆਇਆ, ਪਰ ਰਬਾਬ ਬਦਲੇ ਹੀਰੇ ਤਾਂ ਤੂੰ ਲੈਣ ਹੀ ਨਹੀਂ ਲੱਗਿਆ। ਫਰੰਦਾ ਹੱਸ ਕੇ ਕਹਿੰਦਾ ਮਰਦਾਨਿਆ, ਭਾਵੇਂ ਮੇਰੀਆਂ ਰਬਾਬਾਂ ਨਾ ਬੜੇ ਥੋੜੇ ਮੁੱਲ 'ਚ ਵਿਕਦੀਆਂ ਨੇ, ਪਰ ਜਿਹੜੀ ਤੈਨੂੰ ਰਬਾਬ ਦੇਣੀ ਆ ਨਾ, ਇਹ ਰਬਾਬ ਦਾ ਮੁੱਲ ਮੈਂ ਹੀਰਾ ਲੈਣਾ। ਹੀਰਾ ਹੈ ਤੇਰੇ ਕੋਲੇ? ਮਰਦਾਨਾ ਫਿਰ ਚੁੱਪ ਹੋ ਗਿਆ। ਯਾਰ ਬੰਦਾ ਲਾਲਚੀ ਹੈਗਾ, ਗੱਲਾਂ ਰੁਪਈਆਂ ਦੀਆਂ ਹੀ ਕਰੀ ਜਾਂਦਾ, ਤਾਂ ਬੰਦਾ ਲਾਲਚੀ ਆ ਨਾ। ਕੋਈ ਗੱਲ ਨਹੀਂ, ਕਹਿੰਦਾ ਮੇਰੇ ਕੋਲ ਰੁਪਈਏ ਬਥੇਰੇ ਨੇ। ਉਸ ਟਾਈਮ ਤੇ ਜੋ ਗੁਰੂ ਨਾਨਕ ਸਾਹਿਬ ਨੇ ਭੈਣ ਨਾਨਕੀ ਤੋਂ ਰੁਪਈਏ ਲੈ ਕੇ ਪਕੜਾਏ ਆ ਨਾ, ਤੇ ਉਹਨਾਂ ਰੁਪਈਆਂ ਦੀ ਕੀਮਤ ਉਦੋਂ 16 ਆਨਿਆਂ ਦੀ ਥੋੜੀ ਨਹੀਂ, ਬਹੁਤ ਜ਼ਿਆਦਾ ਸੀ। ਅੱਜ ਦੇ ਹਜ਼ਾਰਾਂ ਰੁਪਈਏ, ਲੱਖਾਂ ਰੁਪਈਏ ਵਰਗੇ ਸੀ। ਮਰਦਾਨਾ ਸੋਚ ਰਿਹਾ ਬਾਬਾ ਨਾਨਕ ਬੜਾ ਸਿਆਣਾ ਗਾ, ਜਿਹਨੇ ਰੁਪਈਏ ਪਹਿਲੀ ਮੈਨੂੰ ਨਾ ਵੱਧ ਦੇ ਕੇ ਤੋਰਿਆ ਤੇ ਕਿਤੇ ਦੁਬਾਰੇ ਗੇੜਾ ਨਾ ਲੱਗੇ। ਬੰਦਾ ਲਾਲਚੀ ਹੈਗਾ। ਹੁਣ ਮਰਦਾਨਾ ਕਹਿੰਦਾ ਰਬਾਬ ਵਿਖਾ। ਕਹਿੰਦਾ ਰਬਾਬ ਆਹ ਨਹੀਂ ਜਿਹੜੀਆਂ ਤੂੰ ਦੇਖੀ ਜਾਂਦਾ, ਉਹ ਬਾਬੇ ਨਾਨਕ ਵਾਲੀ ਰਬਾਬ ਨਾ ਸਪੈਸ਼ਲ ਬਣਾ ਕੇ ਰੱਖੀ ਹੋਈ, ਮੈਨੂੰ ਪਤਾ ਸੀ ਮੇਰੇ ਕੋਲੇ ਆਊਗਾ। ਦੇਖੋ ਉਸ ਕਾਰੀਗਰ ਵੀਰ ਦੀ ਕਿੰਨੀ ਸੋਚ ਚੰਗੀ ਆ, ਹਨਾ। ਪਤਾ ਸੀ ਨਾ ਵੀ ਮੇਰੇ ਕੋਲੇ ਆਊਗਾ। ਜਾਂ ਮੰਨ ਲਓ ਵੀ ਜਿਹੜਾ ਬੰਦਾ ਨਾ ਕਿਸੇ ਕੰਮ ਦੇ ਵਿੱਚ ਮਾਹਰ ਆ, ਉਹਨੇ ਉਸ ਤਰ੍ਹਾਂ ਦਾ ਪਹਿਲੀ ਕੋਈ ਉਹ ਸਾਜ਼ ਬਣਾ ਕੇ ਰੱਖ ਲਿਆ, ਨਹੀਂ ਆਇਆ ਤਾਂ ਆਹ ਸਾਜ਼ ਨਾ ਨਾਨਕ ਵਾਸਤੇ ਮੈਂ ਘਰੇ ਲੈ ਕੇ ਜਾਵਾਂਗਾ। ਕਈ ਵਾਰ ਆਪਣੇ ਅੰਦਰ ਭਾਵਨਾ ਹੁੰਦੀ ਨਾ, ਆਹ ਕੱਪੜੇ ਦੇ ਰੁਮਾਲੇ ਤਾਂ ਨਾ ਮੈਂ ਮੇਰੇ ਗੁਰੂ ਵਾਸਤੇ ਜ਼ਰੂਰ ਲੈ ਕੇ ਜਾਵਾਂਗਾ। ਆਪਾਂ ਨੂੰ ਕੋਈ ਗੁਲਦਸਤਾ ਵਧੀਆ ਲੱਗਿਆ ਨਾ, ਆਹ ਤਾਂ ਮੈਂ ਨਾ ਮੇਰੇ ਗੁਰੂ ਵਾਸਤੇ ਜ਼ਰੂਰ ਲੈ ਕੇ ਜਾਵਾਂਗਾ। ਆਪਣੇ ਅੰਦਰ ਦੀ ਭਾਵਨਾ ਬਣ ਗਈ ਨਾ, ਇਹ ਭਾਵਨਾ ਵੀ ਇਹ ਰਬਾਬ ਨਾਨਕ ਵਾਸਤੇ ਜ਼ਰੂਰ ਦੇਣੀ ਆ। ਫਰੰਦਾ ਰਬਾਬ ਲੈ ਆਇਆ। ਮਰਦਾਨੇ ਨੇ ਰਬਾਬ ਵਜਾ ਕੇ ਦੇਖ ਲਈ। ਜਦੋਂ ਰਬਾਬ ਵਜਾਈ ਨਾ, ਤੇ ਉਸ ਟਾਈਮ ਤੇ ਰਬਾਬ ਵਜਾਉਣ 'ਚ ਬੜੀ ਵਧੀਆ। ਮਰਦਾਨਾ ਕਹਿੰਦਾ ਵਾਕਈ ਤੇਰੀ ਰਬਾਬ ਹੀਰਿਆਂ ਦੇ ਮੁੱਲ ਦੀ ਆ। ਹੁਣ ਕਹਿੰਦਾ ਰੇਟ ਕਰ, ਦੱਸ ਕਿੰਨੇ ਰੁਪਈਏ ਲੈਣੇ ਨੇ। ਮਰਦਾਨੇ ਨੇ 1 ਟਕਾ, 2 ਟਕੇ, 3 ਟਕੇ ਰੱਖਣੇ ਸ਼ੁਰੂ ਕਰ ਦਿੱਤੇ। ਤੇ ਫਰੰਦਾ ਸਿਰ ਮਾਰੀ ਗਿਆ, ਨਾ ਨਾ ਨਾ। ਮਰਦਾਨਾ ਹੈਰਾਨ, ਜਿੰਨੇ ਸੀ ਸਾਰੀ ਰੱਖ ਤੇ। ਕਹਿੰਦਾ ਲੈ ਫੜ। ਕਹਿੰਦਾ ਨਾ, ਹੀਰਾ ਲੈਣਾ, ਹੀਰਾ ਲੈਣਾ। ਮਰਦਾਨਾ ਕਹਿੰਦਾ ਫਿਰ ਹੀਰਾ ਮੇਰੇ ਕੋਲੇ ਨਹੀਂ ਹੈ, ਹੀਰਾ ਮੇਰੇ ਕੋਲੇ ਨਹੀਂ ਹੈ। ਜੇ ਹੀਰਾ ਲੈਣਾ ਤਾਂ ਫਿਰ ਮੈਨੂੰ ਨਾਨਕ ਨੂੰ ਲੈ ਆਉਣ ਦੇ। ਹੀਰਿਆਂ ਦਾ ਵਪਾਰੀ ਤਾਂ ਉਹੀ ਆ, ਤੇ ਉਹੀ ਤੈਨੂੰ ਹੀਰੇ ਦੇਵੇਗਾ। ਤੇ ਹੁਣ ਜਦੋਂ ਇਹ ਗੱਲ ਕਹੀ ਨਾ, ਫਰੰਦਾ ਕਹਿੰਦਾ ਹੀਰਾ ਤੇਰੇ ਕੋਲੇ ਆ। ਮਰਦਾਨਾ ਕਹਿੰਦਾ ਹੀਰਾ ਮੇਰੇ ਕੋਲੇ ਨਹੀਂ। ਜਦੋਂ ਫਰੰਦੇ ਨੇ ਕਿਹਾ ਨਾ ਤੇਰੇ ਕੋਲੇ ਆ, ਮਰਦਾਨਾ ਹੱਥ ਜੋੜ ਕੇ ਕਹਿੰਦਾ ਫਿਰ ਦੱਸ ਦੇ, ਮੈਂ ਤੈਨੂੰ ਹੀਰੇ ਹੀ ਦੇ ਦੂੰਗਾ। ਤੇ ਹੁਣ ਫਰੰਦਾ ਬੋਲ ਪਿਆ ਉਹ ਪਾਵਨ ਸ਼ਬਦ ਆਪਾਂ ਵੀ ਪੜ੍ਹਦੇ ਆ ਨਾ ਬਾਣੀ ਵਿੱਚੋਂ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ। ਹੀਰੇ ਜੈਸਾ ਜਨਮ ਹੈ। ਆ ਤੇਰਾ ਸਰੀਰ ਚਾਹੀਦਾ, ਇਹ ਰਬਾਬ ਬਦਲੇ। ਉਹ ਕਹਿੰਦਾ ਕਮਲਾ ਮੇਰੇ ਸਰੀਰ ਤੋਂ ਕੀ ਕਰਾਉਣਾ, ਇਹ ਤਾਂ ਮੈਂ ਵੇਚੀ ਬੈਠਾ, ਥਾਂ ਥਾਂ ਨਹੀਂ ਵਿਕਦਾ ਇਹ।
ਮਰਦਾਨਾ ਕਹਿੰਦਾ ਇਹ ਤਾਂ ਸਰੀਰ ਮੈਂ ਵੇਚੀ ਬੈਠਾ, ਇਹ ਥਾਂ ਥਾਂ ਨਹੀਂ ਵਿਕਦਾ। ਹੁਣ ਇੱਥੇ ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਆ। ਉਹ ਕਿੰਨਾ ਚੰਗਾ ਮਰਦਾਨਾ ਜਿਹੜਾ ਕਹਿੰਦਾ ਸਰੀਰ ਤਾਂ ਵਿਕ ਗਿਆ, ਕਿਹਨੇ ਲੈ ਲਿਆ? ਇਹ ਤਾਂ ਨਾਨਕ ਨੂੰ ਦੇਤਾ, ਇਹ ਥਾਂ ਥਾਂ ਨਹੀਂ ਵਿਕਦਾ। ਅੱਜ ਸਾਡਾ ਸਰੀਰ ਥਾਂ ਥਾਂ ਤਾਂ ਨਹੀਂ ਵਿਕਦਾ, ਅੱਜ ਆਪਾਂ ਵੀ ਵੇਖਣਾ। ਆਪਾਂ ਤਾਂ ਨਿਲਾਮ ਕਰੀ ਫਿਰਦੇ, ਜਿੱਥੇ ਮਰਜ਼ੀ ਲੈ ਲਓ, ਆ ਲਓ, ਜਿੱਥੇ ਮਰਜ਼ੀ ਲੈ ਲਓ, ਜਿਹੜਾ ਮਰਜ਼ੀ ਲੈ ਲਓ। ਕੋਈ ਜੰਡ ਵਾਲਾ ਬਾਬਾ ਖਰੀਦਿਆ, ਕੋਈ ਡੇਰੇ ਵਾਲਾ ਖਰੀਦਿਆ, ਕੋਈ ਲੈ ਜਾਂਦਾ, ਕਿਤੇ ਕੋਈ। ਜਦੋਂ ਇਹ ਗੱਲ ਕਹੀ ਨਾ, ਇਹ ਤਾਂ ਮੇਰਾ ਵਿਕਿਆ ਵਿਆ ਹੀਰਾ। ਕਹਿੰਦਾ ਜਿਹਦੇ ਦਰ ਤੇ ਵਿਕਿਆ ਨਾ, ਇਹ ਉਸੇ ਦਰ ਤੀ ਭੇਟ ਕਰਨਾ, ਮੈਂ ਆਪਣੇ ਘਰ ਨਹੀਂ ਰੱਖਣਾਗਾ। ਮਰਦਾਨਾ ਹੱਥ ਜੋੜ ਕੇ ਕਹਿੰਦਾ ਫਰੰਦਿਆ ਰਮਜਾ ਨਾ ਮਾਰ, ਥੋੜਾ ਜਿਹਾ ਖੁੱਲ ਕੇ ਸਮਝਾ। ਜਦੋਂ ਫਰੰਦਾ ਬੋਲਿਆ ਨਾ, ਕਹਿੰਦਾ ਇਹ ਰਬਾਬ ਤਾਂ ਮਿਲੂ, ਇਹ ਰਬਾਬ ਇੱਕ ਸ਼ਰਤ ਦੇ ਤਹਿਤ ਮਿਲਣੀ ਆ। ਜਿਹੜਾ ਤੇਰਾ ਸਰੀਰ ਆ ਨਾ, ਜਿਹੜੇ ਤੇਰੇ ਹੱਥ ਨੇ, ਇਹ ਹੱਥਾਂ ਦੇ ਨਾਲ ਰਬਾਬ ਸਾਰੀ ਉਮਰ ਤੈਂ ਨਾਨਕ ਦੇ ਦਰ ਤੇ ਵਜਾਉਣੀ ਆ। ਨਾਨਕ ਦੀ ਬਾਣੀ ਦੀ ਧੁਨ ਆਵਾਜ਼ ਇਹ ਰਬਾਬ ਰਾਹੀਂ ਨਿਕਲਣੀ ਚਾਹੀਦੀ ਆ। ਇਹ ਰਬਾਬ ਕਿਸੇ ਹੋਰ ਦਰ ਤੇ ਜਾ ਕੇ ਨਹੀਂ ਵੱਜਣੀ ਚਾਹੀਦੀ। ਮਰਦਾਨੇ ਦੀਆਂ ਅੱਖਾਂ ਵਿੱਚੋਂ ਹੰਝੂ ਵੀ ਆ ਗਏ ਤੇ ਹੱਥ ਬੰਨ ਕੇ ਕਹਿੰਦਾ ਉਹ ਕਮਲਿਆ, ਕਹਿੰਦਾ ਇਹ ਸਰੀਰ ਤੂੰ ਲੇਖੇ ਲਾਉਣ ਦੀ ਗੱਲ ਕਰਦਾ ਨਾ, ਸਾਰੀ ਉਮਰ ਨਾਨਕ ਦੇ ਦਰ ਤੇ ਵੇਚਣ ਦੀ ਗੱਲ ਕਰਦਾ ਨਾ, ਇਹ ਨਾਨਕ ਕਰਕੇ ਤਾਂ ਮੈਂ ਆਪਣੇ ਬੱਚੇ ਛੱਡਤੇ, ਇਹ ਨਾਨਕ ਕਰਕੇ ਤਾਂ ਮੈਂ ਆਪਣੇ ਮਾਤਾ ਪਿਤਾ ਛੱਡਤੇ, ਇਹ ਨਾਨਕ ਕਰਕੇ ਤਾਂ ਮੈਂ ਤਲਵੰਡੀ ਛੱਡਤੀ। ਮੈਨੂੰ ਤਲਵੰਡੀ ਦੀ ਫਿਕਰ ਨਹੀਂ, ਮੈਨੂੰ ਬੱਚਿਆਂ ਦੀ ਫਿਕਰ ਨਹੀਂ, ਮੈਨੂੰ ਮੇਰੇ ਮਾਪਿਆਂ ਦੀ ਫਿਕਰ ਨਹੀਂ। ਉਹ ਨਾਨਕ ਕਰਕੇ ਤਾਂ ਮੈਂ ਆਪਣਾ ਸਰੀਰ, ਆਪਣੀ ਉਮਰ ਸਾਰੀ ਲੇਖੇ ਵਿੱਚ ਲਾ ਦਿੱਤੀ। ਇਹ ਨਾਨਕ ਦੇ ਦਰ ਤੇ ਸਾਰੀ ਉਮਰ ਰਬਾਬ ਵੱਜੇਗੀ। ਜੇ ਇਹੀ ਕਹਾਉਣਾ ਚਾਹੁੰਦਾ ਨਾ, ਕਦੇ ਇਹ ਰਬਾਬ ਕਿਸੇ ਹੋਰ ਦਰ ਤੇ ਨਹੀਂ ਵੱਜੇਗੀ। ਆ ਮੁੱਲ ਪਾ ਕੇ ਰਬਾਬ ਗੁਰੂ ਨਾਨਕ ਸਾਹਿਬ ਦਾ ਪਿਆਰਾ ਸਿੱਖ ਮਰਦਾਨਾ ਲੈ ਆਇਆ। ਇੱਥੋਂ ਅਗਲਾ ਇਤਿਹਾਸ ਆਪਾਂ ਕੱਲ੍ਹ ਨੂੰ ਅੱਗੇ ਤੋਰਾਂਗੇ। ਤੇ ਹੁਣ ਇੱਥੋਂ ਸਿੱਖਿਆ ਕੀ ਮਿਲਦੀ ਆ? ਕਿੰਨਾ ਉਹ ਸਤਿਕਾਰਯੋਗ ਗੁਰੂ ਨਾਨਕ ਦਾ ਸਿੱਖ ਹੈਗਾ, ਜਿਹਨੇ ਰਬਾਬ ਦੇ ਵਿੱਚੋਂ ਕਦੇ ਹੋਰ ਟਿਊਨ ਨਹੀਂ ਵਜਾਈ। ਤੇ ਹੁਣ ਅਗਲੀ ਗੱਲ, ਜਿਹੜਾ ਰਾਗੀ ਆ ਕੇ ਬਹਿ ਗਿਆ, ਵਾਹਿਗੁਰੂ ਭਲਾ ਕਰੇ, ਸਾਰੇ ਇੱਕੋ ਜਿਹੇ ਨਹੀਂ, ਬੜੇ ਭਲੇ ਮਾਨਸ ਨੇ। ਜਿਹੜਾ ਰਾਗੀ, ਜਿਹੜਾ ਢਾਡੀ, ਜਿਹੜਾ ਸਰੰਗੀ ਢੱਡ ਵਜਾਉਣ ਵਾਲਾ, ਸ਼ਬਦ ਬਾਬੇ ਨਾਨਕ ਦਾ, ਇਤਿਹਾਸ ਬਾਬੇ ਨਾਨਕ ਦਾ, ਤੇ ਤਰਜ਼ਾਂ ਉਹ ਆਪਾਂ ਨੂੰ ਪਤਾ ਹੀ ਆ। ਤੇ ਉਹ ਤਰਜ਼ਾਂ ਤੇ ਮੰਨ ਲਓ ਮਰਗ ਦਾ ਭੋਗ ਆ, ਉਦਾਹਰਨ ਸੋਗ ਦਾ ਸਮਾਗਮ ਆ, ਪੜ੍ਹਨੀ ਬਾਣੀ ਆ, ਤੇ ਤਰਜ਼ਾਂ ਗੀਤਾਂ ਦੀਆਂ। ਤੇ ਵਾਹਿਗੁਰੂ ਭਲਾ ਕਰੇ ਸਾਡੀ ਸੋਚ ਵੀ ਉਹੋ ਜਿਹੀ ਹੋ ਗਈ, ਅਸੀਂ ਵੀ ਤਰਜ਼ਾਂ ਵਾਲਿਆਂ ਤੇ ਖੁਸ਼ ਹੋ ਗਏ, ਤੇ ਅਸੀਂ ਨਾਨਕ ਦੀ ਬਾਣੀ ਸੁਣਾਉਣ ਵਾਲੇ ਤੇ ਖੁਸ਼ ਨਹੀਂ ਹਾਂ। ਸੋਚ ਕੇ ਵੇਖੋ। ਤੇ ਉਹ ਮਰਦਾਨਾ ਕਿੱਡੇ ਸਿਦਕ ਵਾਲਾ, ਜਿਹਨੇ ਸਾਰੀ ਉਮਰ ਬਾਬੇ ਨਾਨਕ ਦੇ ਦਰ ਤੇ ਗੁਰਬਾਣੀ ਹੀ ਗਾਈ ਆ, ਉਸ ਰਬਾਬ ਦੇ ਨਾਲ ਕੁਛ ਹੋਰ ਨਹੀਂ ਗਾਇਆ। ਸਾਨੂੰ ਵੀ ਛੱਡ ਦੇਣੇ ਚਾਹੀਦੇ ਉਹ ਗੰਦੇ ਗਾਣੇ, ਉਹ ਗੀਤ। ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਬੋਲਤ, ਬੋਲ ਅਜਾਏ, ਇਹ ਕਦੇ ਵੀ ਨਹੀਂ ਸੁਣਨਾ ਆਪਾਂ। ਵਾਹਿਗੁਰੂ ਭਲਾ ਕਰੇ। ਇੱਥੋਂ ਤੱਕ ਅੱਜ ਦੀ ਵਿਚਾਰ ਸਮਾਪਤ ਆ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ